ਡਿਠਾ ਸਭ ਸੰਸਾਰ ਸੁਖ ਨਾਮ ਬਿਨ ਤਨ ਤਾਨ ਹੋਸੀ ਛਾਰ ਜਾਣੈ ਕੋਇ ਜਨ ਡਿਠਾ ਸਭ ਸੰਸਾਰ ਸੁਖ ਨਾਮ ਬਿਨ ਜੀਵਨ ਪਦ ਨਿਰਵਾਣ ਏਕੋ ਸਿਮਰਿਐ ਦੂਜੀ ਨਾਹੀ ਜਾਇ ਕਿਨ ਵਿਦ ਧੀਰਿਐ ਡਿਠਾ ਸਭ ਸੰਸਾਰ ਸੁਖ ਨਾਮ ਬਿਨ ਲਾਹਾ ਨਾਮ ਰਤਨ ਜਪ ਸਾਰ ਲੱਭ ਲੋਭ ਬੁਰਾ ਅਹੰਕਾਰ ਲਾੜੀ ਚਾੜੀ ਲਾਇਤ ਵਾਰ ਮਨਮੁਖ ਅੰਧਾ ਮੁਗਧ ਗਵਾਰ ਲਾਹੇ ਕਾਰਨ ਆਇਆ ਜਗ ਹੋਏ ਮਜੂਰ ਗਿਆ ਠਗਾਏ ਠੱਗ ਲਾਹਾ ਨਾਮ ਪੂੰਜੀ ਵੇਸਾ ਨਾਨਕ ਸੱਚੀ ਪਤ ਸੱਚਾ ਪਾਤਸ਼ਾਹ ਆਏ ਵਿਗੂਤਾ ਜਗ ਜਮ ਪੰਥ ਆਈ ਨਾ ਮੇਟਣ ਕੋ ਸਮਰੱਥ ਆਥ ਸੈਲ ਨੀਚ ਕਰ ਹੋਏ ਆਥ ਦੇਖ ਨਿਵੈ ਜਿਸ ਦੋਏ ਆਥ ਹੋਏ ਤਾਂ ਮੁਗਧ ਸਿਆਨਾ ਭਗਤ ਬਿਹੂਨਾ ਜਗ ਬਉਰਾਨਾ ਸਭ ਮੈਂ ਵਰਤੈ ਏਕੋ ਸੋਏ ਜਿਸਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ ਜੁਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਧੈਰ ਜੋ ਦਿਸੈ ਸੋ ਆਪੇ ਆਪ ਉਪਾਏ ਆਪੇ ਘਟ ਥਾਪ ਆਪ ਅਗੋਚਰ ਧੰਦੈ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾਮ ਬਿਹੂਣਾ ਮੁਕਤ ਕਿਵ ਹੋਈ ਜੋਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾਮ ਬਿਹੂਣਾ ਮੁਕਤ ਕਿਵ ਹੋਈ। ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ ਤੇ ਬਾਕੀ ਵੀ ਸਾਰੀ ਸਾਧ ਸੰਗਤ ਗੁਰੂ ਖਾਲਸਾ ਜੀ ਓਂਕਾਰ ਬਾਣੀ ਦੀ ਵਿਚਾਰ ਤੇ ਵਿੱਚ ਆ ਰਹੀਆਂ ਥੋੜੇ ਬਹੁਤੀਆਂ ਘੁੰਡੀਆਂ ਜਿਨ੍ਹਾਂ ਦੀ ਵਿਆਖਿਆ ਦਾਸ ਵੱਲੋਂ ਹੋ ਰਹੀ ਹੈ ਉਹਦੀ ਅੱਗੇ ਵਿਚਾਰ ਹਾਜ਼ਰ ਹੈ ਆਪਣੀ ਤੁੱਛ ਬੁੱਧੀ ਅਨੁਸਾਰ। ਲਾਹਾ ਨਾਮ ਰਤਨ ਜਪ ਸਾਰ। ਲਾਹਾ ਕਿਸ ਚੀਜ਼ ਦਾ ਇੱਥੇ? ਜਿਹੜਾ ਨਾਮ ਰੂਪੀ ਰਤਨ ਹੈ ਉਹਨੂੰ ਜਪਣ ਦੇ ਨਾਲ ਉਹੀ ਸ੍ਰੇਸ਼ਟ। ਨਾਮ ਨੂੰ ਜਪਣਾ ਮਸਟ ਹੈ, ਇਹੀ ਸ੍ਰੇਸ਼ਟ ਹੈ, ਇਸ ਤੋਂ ਘੱਟ ਗੁਜ਼ਾਰਾ ਨਹੀਂ ਹੋਣਾ। ਕਈ ਵੀਰੇ ਕਹਿੰਦੇ ਆ ਬਈ ਗੁਰਬਾਣੀ ਪੜ੍ਹ ਲਈ, ਇੱਕ ਦੋ ਵਾਰ ਸਮਝ ਲਈ, ਅਰਥਾਂ ਸਹਿਤ ਸਮਝ ਲਈ, ਵੀ ਹੁਣ ਕਿਆ ਲੋੜ ਹੈ ਵਾਰ ਵਾਰ ਕਰਨ ਦੀ। ਨਹੀਂ, ਬਾਰ ਬਾਰ ਨਾਮ ਨੂੰ ਜਪਣਾ ਪੈਣਾ, ਤਾਂ ਅੰਦਰ ਖੁੱਲੂਗਾ, ਤਾਂ ਹਉਮੈ ਦਾ ਨਾਸ਼ ਹੋਊਗਾ। ਲੱਭ ਲੋਭ ਬੁਰਾ ਅਹੰਕਾਰ। ਖਾਣ ਦਾ ਜਿਹੜਾ ਲਾਲਚ ਹੈ ਉਹ ਵੀ, ਅਤੇ ਦੁਨਿਆਵੀ ਪਦਾਰਥਾਂ ਦਾ ਜਿਹੜਾ ਲੋਭ ਹੈ ਉਹ ਵੀ, ਔਰ ਅਹੰਕਾਰ, ਇਹ ਤਿੰਨੇ ਚੀਜ਼ਾਂ ਬਹੁਤ ਬੁਰੀਆਂ। ਲਾੜੀ ਚਾੜੀ ਲਾਇਤਵਾਰ। ਕਿਸੇ ਨੂੰ ਲਾ ਕੇ ਗੱਲ ਕਰਨੀ ਅੱਗ ਲਾਉਣ ਖਾਤਰ, ਔਰ ਲਾਇਤਵਾਰ ਚੁਗਲੀ ਕਰਨੀ, ਪਿੱਠ ਪਿੱਛੇ ਚੁਗਲੀ ਕਰਕੇ ਤਫਰਕਾ ਪਾਉਣਾ, ਇਹ ਚੀਜ਼ਾਂ ਵੀ ਬਹੁਤ ਬੁਰੀਆਂ। ਮਨਮੁਖ ਅੰਧਾ ਮੁਗਧ ਗਵਾਰ। ਕੌਣ ਕਰਦਾ ਇਹ ਚੀਜ਼ਾਂ? ਜਿਹੜਾ ਮਨਮੁਖ ਅੰਧਾ ਹੈ, ਮੁਗਧ ਹੈ, ਗਵਾਰ ਹੈ। ਲਾਹੇ ਕਾਰਨ ਆਇਆ ਜਗ। ਗੱਗੇ ਨੂੰ ਸਿਹਾਰੀ ਹੈ, ਇਹਦਾ ਮਤਲਬ ਹੈ ਲਾਹੇ ਕਾਰਨ ਆਇਆ ਜੱਗ ਵਿੱਚ। ਇਹ ਬੰਦੇ, ਇਹ ਪ੍ਰਾਣੀ, ਇਹ ਮਨਾ, ਤੂੰ ਇਹ ਨਾਮ ਦਾ ਜਿਹੜਾ ਲਾਹਾ ਕੱਟਣ ਖਾਤਰ ਜਗਤ ਵਿੱਚ ਆਇਆ ਸੀ। ਹੋਇਆ ਕਿਆ? ਹੋਏ ਮਜੂਰ ਗਿਆ ਠਗਾਏ ਠੱਗ। ਹੋਏ ਮਜੂਰ ਗਿਆ ਠਗਾਏ ਠੱਗ। ਤੂੰ ਇੱਥੇ ਮਜ਼ਦੂਰ ਬਣ ਕੇ ਆਪਣੇ ਆਪ ਨੂੰ ਮਾਇਆ ਤੋਂ ਮਾਇਆ ਤੋਂ ਠਗਵਾ ਕੇ, ਯਾਨੀ ਲੁੱਟ ਕੇ ਜਾ ਰਿਹਾ। ਨਾਮ ਦਾ ਤੈਨੂੰ ਖਿਆਲ ਨਹੀਂ ਆ ਰਿਹਾ। ਲਾਹਾ ਨਾਮ ਪੂੰਜੀ ਵੇਸਾ।
ਲਾਹਾ ਨਾਮ ਦਾ ਖੱਟਣਾ ਸੀ ਤੇ ਪੂੰਜੀ ਉਹਦੇ ਭਰੋਸਾ ਕਰਨਾ ਸੀਗਾ। ਨਾਨਕ ਸੱਚੀ ਪਤ ਸੱਚਾ ਪਾਤਸ਼ਾਹ, ਇਹੀ ਸੱਚੀ ਇੱਜ਼ਤ ਹੈ, ਇਹੀ ਸੱਚਾ ਪਾਤਸ਼ਾਹ ਹੈ ਜੇ ਨਾਮ ਦਾ ਲਾਹਾ ਖੱਟਿਆ ਜਾਵੇ। ਆਏ ਵਿਗੂਤਾ ਜਗ ਜਮ ਪੰਥ, ਜਿਹੜਾ ਬੰਦਾ ਹੈ ਜਾਂ ਕੋਈ ਵੀ ਸੰਸਾਰ ਹੈ ਇਹ ਮਾਇਆ ਦੇ ਨਾਲ ਵਿਗੂਤਾ ਹੈ, ਖੁਆਰ ਹੋਇਆ ਹੈ ਔਰ ਜਮਾਂ ਦਾ ਮੱਗ ਪਕੜ ਲਿਆ ਇਹਨੇ, ਪਰਮਾਤਮਾ ਵਾਲਾ ਮਾਰਗ ਨਹੀਂ ਪਕੜਿਆ। ਆਈ ਨਾ ਮੇਟਣ ਕੋ ਸਮਰੱਥ, ਇਸ ਮਾਇਆ ਨੂੰ ਕੋਈ ਮੇਟਣ ਦੇ ਸਮਰੱਥ ਨਹੀਂ ਹੈ ਸਿਵਾਏ ਗੁਰੂ ਤੋਂ। ਆਥ ਸੈਲ ਨੀਚ ਕਰ ਹੋਏ, ਜੇ ਮਾਇਆ ਦੇ ਭੰਡਾਰ ਹੋ ਜਾਣ ਨੀਚ ਦੇ ਘਰ 'ਚ, ਗਰੀਬ ਦੇ ਘਰ 'ਚ ਬਹੁਤ ਮੌਜਾਂ ਲੱਗ ਜਾਏ। ਆਥ ਦੇਖ ਨਿਵੈ ਜਿਸ ਦੋਏ, ਉਸ ਮਾਇਆ ਨੂੰ ਦੇਖ ਕੇ ਗਰੀਬ ਵੀ ਤੇ ਅਮੀਰ ਵੀ ਦੋਏ ਉਹਨੂੰ ਝੁਕਦੇ ਆ, ਸਲਾਮ ਕਰਦੇ ਆ, ਕਿਉਂਕਿ ਸਲਾਮ ਮਾਇਆ ਨੂੰ ਹੈ। ਆਥ ਹੋਏ ਤਾਂ ਮੁਗਧ ਸਿਆਣਾ, ਜੇਕਰ ਮਾਇਆ ਹੈ ਤਾਂ ਮੂਰਖ ਵੀ ਸਿਆਣਾ ਬਣ ਜਾਂਦਾ। ਭਗਤ ਬਿਹੂਣਾ ਜਗ ਬੌਰਾਨਾ, ਭਗਤੀ ਤੋਂ ਬਿਨਾਂ ਜਗਤ ਬੌਰਾਨਾ ਹੈ। ਹੁਣ ਭਗਤੀ ਵੀ ਸਾਧ ਸੰਗਤ ਜੀ ਇਹ ਬਰੀਕ ਨੁਕਤਾ ਹੈ ਗੁਰਮਤਿ ਦਾ। ਭਗਤੀਆਂ ਬਹੁਤ ਹੈ, ਪੰਡਿਤ ਨੇ ਤਾਂ 9 ਪ੍ਰਕਾਰ ਦੀਆਂ ਭਗਤੀਆਂ ਗਿਣੀਆਂ, ਗੁਰਬਾਣੀ 'ਚ ਉਹਦਾ ਹਵਾਲਾ ਵੀ ਹੈ। ਭਗਤ 9 ਪ੍ਰਕਾਰਾ, ਪੰਡਿਤ ਵੇਦ ਪੁਕਾਰਾ। ਪਰ ਇਹ ਗੱਲ ਪੰਡਤਾਂ ਨੇ ਔਰ ਵੇਦਾਂ ਨੇ ਪੁਕਾਰੀ ਹੋਈ ਹੈ ਵੀ ਭਗਤੀ 9 ਕਿਸਮ ਦੀ ਹੈ। ਅਸਲ 'ਚ ਭਗਤੀ ਇੱਕੋ ਹੀ ਪ੍ਰਵਾਨ ਹੈ, ਜਿਹੜੀ ਮਨ ਦੇ ਕੇ ਆਪਣੇ ਆਪ ਨੂੰ ਨੀਵਾਂ ਕਰਕੇ ਆਪਣੇ ਆਪ ਨੂੰ ਗੁਰੂ ਨੂੰ ਸੌਂਪ ਕੇ ਹੁੰਦੀ ਹੈ। ਹੋਰ ਕੋਈ ਚੀਜ਼ ਨਾਲ ਗੁਰੂ ਪਸੀਜਦਾ ਨਹੀਂ, ਪਰਮਾਤਮਾ ਵੀ ਨਹੀਂ ਪਸੀਜਦਾ। ਕੇਵਲ ਜੇ ਮਨ ਦਵੇ ਉਹਨੂੰ ਫਿਰ ਉਹ ਪਸੀਜਦਾ। ਸਭ ਮੈਂ ਵਰਤੈ ਇੱਕੋ ਸੋਏ, ਸਭ ਸ੍ਰਿਸ਼ਟੀ ਦੇ ਵਿੱਚ ਇੱਕੋ ਵਰਤ ਰਿਹਾ, ਜਿਸਨੂੰ ਕਿਰਪਾ ਕਰੇ ਤੇ ਇਸ ਪ੍ਰਗਟ ਹੋਏ। ਵਰਤ ਸਾਰਿਆਂ ਦੇ ਵਿੱਚ ਰਿਹਾ ਹੈ, ਬ੍ਰਹਮ ਦਾ ਕੁੰਡ ਸਭ ਦੇ ਅੰਦਰ ਹੈ, ਹਰ ਜੀਵ ਪ੍ਰਾਣੀ ਦੇ ਅੰਦਰ ਹੈ, ਪਰ ਜਿੱਥੇ ਉਹ ਕਿਰਪਾ ਕਰਦਾ ਉੱਥੇ ਪ੍ਰਗਟ ਹੁੰਦਾ ਹੈ। ਨਹੀਂ ਤਾਂ ਜੋਤ ਹੈ ਅੰਦਰ ਲੇਕਿਨ ਪ੍ਰਗਟ ਨਹੀਂ ਹੈ। ਜੁਗ ਜੁਗ ਥਾਪ ਸਦਾ ਨਿਰਵੈਰ, ਉਹ ਜੁਗਾਂ ਜੁਗਾਂ ਤੋਂ ਆਪਣੇ ਆਪ ਨੂੰ ਉਹਨੇ ਥਾਪਿਆ ਹੋਇਆ, ਸਦਾ ਹੀ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ। ਜਨਮ ਮਰਨ ਨਹੀਂ ਧੰਦਾ ਧੈ, ਨਾ ਉਹਨੂੰ ਜਨਮ ਹੈ ਨਾ ਉਹਨੂੰ ਮਰਨ ਹੈ, ਉਹ ਸਦਾ ਤੋਂ ਹੈ, ਅਬਿਨਾਸ਼ੀ ਹੈ, ਅਮਰ ਹੈ, ਉਹਨੂੰ ਕੋਈ ਧੰਦਾ ਧੈਰ ਨਹੀਂ ਹੈ। ਜੋ ਦਿਸੈ ਸੋ ਆਪੇ ਆਪ, ਜੋ ਨਜ਼ਰ ਆਉਂਦਾ ਉਹ ਸਿਰਫ ਪਰਮਾਤਮਾ ਹੀ ਹੈ। ਆਪ ਉਪਾਏ ਆਪੇ ਘਟ ਥਾਪ, ਆਪੇ ਸ੍ਰਿਸ਼ਟੀ ਨੂੰ ਪੈਦਾ ਕਰਦਾ, ਆਪੇ ਘਟਾਂ ਦੇ ਵਿੱਚ ਆਪਣੇ ਆਪ ਨੂੰ ਥਾਪ ਕੇ ਬਹਿ ਜਾਂਦਾ। ਅਕੁਲ ਪੁਰਖ ਇੱਕ ਚਲੇਤੋ ਪਾਇਆ, ਘਟ ਘਟ ਅੰਤਰ ਆਪ ਲੁਕਾਇਆ, ਘਟ ਘਟ ਅੰਤਰ ਬ੍ਰਹਮ ਲੁਕਾਇਆ। ਆਪ ਅਗੋਚਰ ਧੰਦੈ ਲੋਈ, ਉਹ ਅਗੋਚਰ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਜਿਹੜੀ ਲੁਕਾਈ ਹੈ, ਲੋਈ ਹੈ, ਜਗਤ ਹੈ, ਇਹ ਧੰਦਿਆਂ 'ਚ ਪਈ ਹੋਈ ਹੈ। ਅਗੋਚਰ ਸ਼ਬਦ ਵੀ ਸਮਝਣ ਵਾਲਾ ਹੈ। ਆਪਾਂ ਕਿਸੇ ਸਾਧੂ, ਜਿਹੜਾ ਪੂਰਨ ਸਾਧੂ ਹੋਵੇ, ਉਹਦੇ ਦਰਸ਼ਨ ਕਰਨ ਜਾਂਦੇ ਹਾਂ, ਲੇਕਿਨ ਆਪਾਂ ਨੂੰ ਅੱਖਾਂ ਤਾਂ ਦੇਖ ਸਕਦੀਆਂ ਪਰ ਉਹਦੇ ਅੰਦਰ ਦੀ ਸੋਝੀ, ਕਿਉਂਕਿ ਉਹ ਅਗੋਚਰ ਹੈ ਆਪਣੇ ਲਈ, ਉਹ ਨਹੀਂ ਆਉਂਦੀ। ਸਾਧੂ ਕਿੱਥੇ ਕਿਹੜੀ ਦੁਨੀਆ 'ਚ ਵਿਚਰ ਰਿਹਾ ਹੁੰਦਾ, ਉਹਦੇ ਸਾਨੂੰ ਤ੍ਰੈ ਗੁਣਾਂ 'ਚ ਕੋਈ ਸਮਝ ਨਹੀਂ ਆਉਂਦੀ ਹੈ। ਉਹ ਅਗੋਚਰ ਹੈ ਸਾਡੇ ਲਈ। ਸੰਤ ਵੀ ਅਗੋਚਰ ਹੈ, ਗੁਰੂ ਵੀ ਅਗੋਚਰ ਹੈ, ਪਰਮਾਤਮਾ ਤਾਂ ਅਗੋਚਰ ਹੈ ਹੀ ਹੈ। ਜਿਸ ਚੀਜ਼ ਨੂੰ ਇੰਦਰੀਆਂ ਨਹੀਂ ਪਕੜ ਸਕਣ ਉਹ ਅਗੋਚਰ ਹੁੰਦੀ ਹੈ। ਅੱਖ ਨੱਕ ਕੰਨ ਮਨ ਇਹ ਨਾ ਸਮਝ ਸਕੇਂ ਉਹੀ ਅਗੋਚਰ ਹੁੰਦੀ। ਤੋ ਪਰਮਾਤਮਾ ਅਗੋਚਰ ਹੈ, ਸਭ ਜਗਤ ਧੰਦਿਆਂ 'ਚ ਪਿਆ ਹੋਇਆ। ਜੋਗ ਜੁਗਤ ਜਗਜੀਵਨ ਸੋਈ, ਜਿਹੜੀ ਜੋਗ ਦੀ ਜੁਗਤ ਹੈ, ਉਹਨੂੰ ਮਿਲਣੇ ਦੀ ਜਿਹੜੀ ਜੁਗਤ ਹੈ ਭਾਈ, ਉਹ ਪਰਮਾਤਮਾ ਆਪੇ ਆਪ ਹੈ। ਪਰਮਾਤਮਾ ਦਾ ਜਗਤ ਵਿੱਚ ਸਿਮਰਨ ਕਰੋ, ਫਿਰ ਇਹ ਜੁਗਤ ਠੀਕ ਹੈ। ਅਦਰਵਾਈਜ਼ ਜਿਹੜੀਆਂ ਜੁਗਤਾਂ ਜੋਗੀ ਕਰਦਾ ਫਿਰਦਾ ਮੜੀਆਂ ਮਸਾਣਾਂ 'ਚ ਬੈਠ ਕੇ, ਉਹ ਸਾਰੀਆਂ ਵਿਅਰਥ ਹੈ। ਕਰ ਆਚਾਰ ਸੱਚ ਸੁਖ ਹੋਈ, ਚੰਗਾ ਆਚਰਣ ਇਹੀ ਹੈ ਵੀ ਨਾਮ ਜਪੋ ਤੇ ਉਹਦੇ ਨਾਲ ਸੱਚਾ ਸੁੱਖ ਪ੍ਰਾਪਤ ਹੁੰਦਾ ਹੈ। ਨਾਮ ਵਿਹੂਣਾ ਮੁਕਤ ਕਿਵ ਹੋਈ, ਨਾਮ ਤੋਂ ਬਿਨਾਂ ਮੁਕਤੀ ਕਿਵੇਂ ਮਿਲ ਸਕਦੀ ਹੈ। ਮੁਕਤੀਆਂ ਬਹੁਤ ਕਿਸਮ ਦੀਆਂ, ਇਹ ਵੀ ਨੈੱਟ ਦੇ ਉੱਪਰ ਪਾਈ ਹੋਈ ਹੈ, ਦੱਸਦੇ ਨੇ। ਹਰ ਧਰਮ ਦੀ ਮੁਕਤੀ ਅਲੱਗ ਅਲੱਗ ਹੈ। ਮੋਸਟਲੀ ਸਾਰੀਆਂ ਹੀ ਤ੍ਰੈਗੁਣੀ ਮੁਕਤੀਆਂ, ਇੱਕ ਵੇਦਾਂਤ ਤੇ ਇੱਕ ਗੁਰਮਤਿ। ਇਹ ਮੁਕਤੀਆਂ ਸਪਿਰਚੁਅਲ ਹੈ, ਡਿਵਾਈਨ ਹੈ, ਕਿਉਂਕਿ ਇਹਦੇ ਵਿੱਚ ਜਿਉਂਦੇ ਜੀ ਬੰਦੇ ਦੀ ਜਿਹੜਾ ਮਨ ਹੈ, ਆਤਮਾ ਹੈ, ਉਹ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ, ਉਹਨੂੰ ਮੁਕਤੀ ਕਿਹਾ ਜਾਂਦਾ। ਬਾਕੀ ਕੋਈ ਕਹਿੰਦਾ ਇਸ਼ਟ ਦੇ ਦੇਸ਼ ਚਲੇ ਜਾਓ ਮੁਕਤੀ ਹੋ ਜਾਊਗੀ,
ਕੋਈ ਕਹਿੰਦਾ ਜੀ ਅੰਦਰੋਂ ਵਿਕਾਰ ਕੱਢ ਦਿਓ, ਮਹਾਤਮਾ ਬੁੱਧ ਕਹਿੰਦਾ ਅਸ਼ਟਾਂਗ ਧਾਰਨ ਕਰ ਲਓ 8 ਕਿਸਮ ਦੇ, ਮੁਕਤੀ ਹੋ ਜਾਊਗੀ। ਤੋ 6 ਸ਼ਾਸਤਰ ਨੇ, ਉਹਨਾਂ ਦੀ ਵੀ ਇਕੱਲੇ ਦੀ ਅਲੱਗ ਅਲੱਗ ਮੁਕਤੀ ਹੈ, ਪਰ ਸਾਡੀ ਜਿਹੜੀ ਮੁਕਤੀ ਹੈ ਉਹ ਹੈਗਾ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਣਾ। ਸਾਧ ਸੰਗਤ ਜੋ ਵਿਚਾਰ ਕਰਦਿਆਂ ਕਾਫੀ ਸਾਰੀਆਂ ਗਲਤੀਆਂ ਹੋਣ ਦੀ ਸੰਭਾਵਨਾ ਰਹਿੰਦੀ ਹੋਵੇ, ਇਸ ਕਰਕੇ ਆਪ ਜੀ ਬਖਸ਼ਣਹਾਰ ਹੈ, ਸੰਗਤ ਗੁਰੂ ਦੋਨੋਂ ਬਖਸ਼ਣਹਾਰ ਹੈ। ਬਖਸ਼ੋ, ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਨ ਨਾਵੈ ਬੇਰੋਧ ਸਰੀਰ, ਕਿਉ ਨਾ ਮਿਲੈ ਕਾਟੈ ਮਨ ਪੀਰ। ਬਾਟ ਬਟਾਊ ਆਵੈ ਜਾਏ, ਕਿਆ ਲੈ ਆਇਆ ਕਿਆ ਪੱਲੇ ਪਾਏ। ਬਿਨ ਨਾਵੈ ਟੋਟਾ ਸਭ ਥਾਏ, ਲਾ ਮਿਲੈ ਜਾਂ ਦੇ 부ਝਾਏ। ਵਣਜ ਵਾਪਾਰ ਵਣਜੈ ਵਾਪਾਰੀ, ਬਿਨ ਨਾਵੈ ਕੈਸੀ ਪਤ ਸਾਰੀ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ। ਗੁਣ ਦਾਤਾ ਬਿਰਲਾ ਸੰਸਾਰ, ਸਾਚੀ ਕਰਨੀ ਗੁਰ ਵਿਚਾਰ। ਅਗੰਮ ਮੈਂ ਅਗੋਚਰ ਕੀਮਤ ਨਹੀਂ ਪਾਏ, ਤਾਂ ਮਿਲਿਐ ਜਾਂ ਲਏ ਮਿਲਾਏ। ਗੁਣਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤਿ ਮਿਲਿਐ ਮੀਤ। ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਕਸ ਕਸ ਵੱਟੀ ਸਹੈ ਸੋ ਤਾਓ, ਨਦਰ ਸਰਾਬ ਬੰਨੀ ਸਚੜਾਓ। ਜਗਤ ਪਸ਼ੂ ਅਹੰਕਾਲ ਕਸਾਈ, ਕਰ ਕਰਤੈ ਕਰਣੀ ਕਰ ਪਾਈ। ਜਿਨ ਕੀਤੀ ਤਿਨ ਕੀਮਤ ਪਾਈ, ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ। ਜਿਨ ਕੀਤੀ ਤਿਨ ਕੀਮਤ ਪਾਈ, ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ। ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰਦੇ ਗੁਰਮੁਖ ਜਨ ਸੱਜਣੋ, ਆਪਣੀ ਹਕੀਰ ਬੁੱਧੀ ਦੁਆਰਾ ਓਂਕਾਰ ਬਾਣੀ ਦੀ ਅਗਲੀ ਵਿਚਾਰ ਹਾਜ਼ਰ ਹੈ। ਬਿਨ ਨਾਵੈ ਬੇਰੋਧ ਸਰੀਰ। ਵਿਰੋਧ ਹੁੰਦਾ ਅਮੋੜ, ਨਾ ਮੁੜਨ ਵਾਲਾ, ਜਿਹਦੇ ਉੱਪਰ ਕੋਈ ਅਸਰ ਨਾ ਹੋਵੇ, ਜਿਵੇਂ ਝੋਟਾ ਮਾਲੀ, ਇਹ ਅਮੋੜ ਹੋ ਜਾਂਦੇ ਕਈ ਵਾਰ। ਨਾਮ ਤੋਂ ਬਿਨਾਂ ਸਰੀਰ ਅਮੋੜ ਹੈ, ਇੱਧਰ ਉੱਧਰ ਦਿਸ਼ਾਵਾਂ 'ਚ ਭੱਜਦਾ ਹੈ, ਰੁਕਦਾ ਨਹੀਂ ਹੈ, ਕੰਟਰੋਲ 'ਚ ਨਹੀਂ ਹੁੰਦਾ। ਕਿਉਂ ਨਾ ਮਿਲੈ ਕਾਟੈ ਮਨ ਪੀਰ। ਕਿਉਂ ਨਾ ਮਿਲੈ, ਬੰਦੇ ਹੇ ਮਨਾ, ਤੂੰ ਕਿਉਂ ਨਹੀਂ ਮਿਲਦਾ ਨਾਮ ਨੂੰ, ਜਿਹਦੇ ਨਾਲ ਤੇਰੇ ਮਨ ਦੀ ਪੀੜ ਘੱਟ ਹੋ ਜਾਏ। ਵਾਟ ਵਟਾਊ ਆਵੈ ਜਾਏ, ਜਿਵੇਂ ਰਾਹੀ ਆਉਂਦਾ ਜਾਂਦਾ ਹੈ, ਕਿਆ ਲੈ ਆਇਆ ਕਿਆ ਪੱਲੇ ਪਾਏ। ਕਿਆ ਲੈ ਕੇ ਆਇਆ ਸੀ, ਕਿਆ ਪੱਲੇ ਪਵਾ ਲਿਆ। ਬਿਨ ਨਾਵੈ ਟੋਟਾ ਸਭ ਥਾਏ, ਨਾਮ ਤੋਂ ਬਿਨਾਂ ਹਰ ਜਗ੍ਹਾ ਟੋਟਾ ਹੈ, ਘਾਟਾ ਹੀ ਘਾਟਾ। ਲਾਹਾ ਮਿਲੈ ਜਾਂ ਦੇ ਬੁਝਾਏ। ਜੇ ਪਰਮਾਤਮਾ ਸਾਨੂੰ ਬੁਝਾ ਦੇਵੇ, ਗੁਰਾ ਇੱਕ ਦੇ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਦੇ ਬੁਝਾਏ ਪਾਸਟ ਵਿੱਚ ਨਹੀਂ ਹੈ, ਜਿਵੇਂ ਕਈ ਲੋਕ ਪਾਠ ਕਰਦੇ ਨਾ ਜਪਜੀ ਸਾਹਿਬ 'ਚ, ਗੁਰਾਂ ਇੱਕ ਦੇ ਬੁਝਾਈ। ਭਾਈ ਰਣਧੀਰ ਸਿੰਘ ਜੀ ਨੇ ਇਹ ਕਹਿ ਦਿੱਤੀ ਸੀ ਬਾਤ, ਪਤਾ ਨਹੀਂ ਕਿਵੇਂ। ਗੁਰਾਂ ਸ਼ਬਦ ਨਹੀਂ ਹੈ। ਦੇਖੋ ਇੱਥੋਂ ਐਨ ਕਲੀਅਰ ਹੋ ਰਿਹਾ ਦੇ ਬੁਝਾਏ ਦਾ ਮਤਲਬ। ਲਾਹਾ ਮਿਲੇ ਜਾਂ ਦੇ ਬੁਝਾਏ, ਤਦ ਲਾਹਾ ਮਿਲਦਾ ਹੈ ਜਾਂ ਉਹ ਸਾਨੂੰ ਬੁਝਾ ਦਿੰਦਾ ਹੈ। ਗੁਰਾ ਇੱਕ ਦੇ ਬੁਝਾਈ, ਮੈਨੂੰ ਇੱਕ ਗੱਲ ਬੁਝਾ ਦੇ। ਸੋ ਹੋ ਜਾਂਦਾ ਕਈ ਵਾਰ ਚੰਗੇ ਤੋਂ ਚੰਗਾ ਵਿਦਵਾਨ ਵੀ ਖਾ ਸਕਦਾ ਟਪਲਾ, ਅਸੀਂ ਵੀ ਖਾਂਦੇ ਹਾਂ, ਕੋਈ ਬੜੀ ਗੱਲ ਨਹੀਂ ਹੈ। ਕਿਉਂਕਿ ਪੂਰਾ ਤਾਂ ਪੂਰਾ ਇੱਕੋ ਹੀ ਹੈ, ਗੁਰੂ ਹੈ ਜਾਂ ਪਰਮਾਤਮਾ ਹੈ, ਬਾਕੀ ਸਭ ਅਧੂਰੇ ਹੀ ਹੈ। ਵਣਜ ਵਪਾਰ ਵਣਜੈ ਵਾਪਾਰੀ, ਵਪਾਰੀ ਵਣਜ ਕਰਦਾ ਹੈ। ਬਿਨ ਨਾਵੈ ਕੈਸੀ ਪਤ ਸਾਰੀ, ਬਾਕੀ ਵਪਾਰ ਤਾਂ ਸਭ ਝੂਠੇ ਹੈ। ਨਾਮ ਤੋਂ ਬਿਨਾਂ ਇੱਜ਼ਤ ਰਹਿ ਨਹੀਂ ਸਕਦੀ, ਸ੍ਰੇਸ਼ਟ ਇੱਜ਼ਤ ਬਣ ਨਹੀਂ ਸਕਦੀ ਦਰਗਾਹ ਵਿੱਚ। ਦੁਨੀਆ ਦੀ ਇੱਜ਼ਤ ਦੀ ਗੱਲ ਨਹੀਂ ਹੋ ਰਹੀ, ਉਰੇ ਤਾਂ ਵਪਾਰਾਂ ਵਾਲਿਆਂ ਦੀ ਬਹੁਤ ਇੱਜ਼ਤ ਹੈ ਜੀ, ਕੋਈ ਪੈਸਾ ਧੇਲਾ ਹੁੰਦਾ, ਪਰ ਨਾਮ ਤੋਂ ਬਿਨਾਂ ਦਰਗਾਹ 'ਚ ਇੱਜ਼ਤ ਨਹੀਂ ਪੈਂਦੀ ਭਾਈ। ਗੁਣ ਵਿਚਾਰੇ ਗਿਆਨੀ ਸੋਏ। ਗਿਆਨੀ ਕੌਣ ਹੈ?
ਜਿਹੜਾ ਉਹਦੇ ਗੁਣਾਂ ਦੀ ਵਿਚਾਰ ਕਰਦਾ। ਗੁਣਮੈ ਗਿਆਨ ਪ੍ਰਾਪਤ ਹੋਵੇ, ਗੁਣਾਂ ਵਿੱਚ ਇਹ ਗਿਆਨ ਪ੍ਰਾਪਤ ਹੁੰਦਾ, ਬ੍ਰਹਮ ਗਿਆਨ। ਸੋ ਬਿਨ ਗੁਣ ਕੀਤੇ ਭਗਤ ਨਾ ਹੋਏ, ਜਪਜੀ ਸਾਹਿਬ 'ਚ ਵੀ ਜ਼ਿਕਰ ਆਉਂਦਾ। ਗੁਣ ਤਾਂ ਧਾਰਨ ਕਰਨੇ ਹੀ ਪੈਣਗੇ। ਸਤ, ਸੰਤੋਖ, ਸੱਚ ਬੋਲਣਾ, ਅਜਿਹੇ ਗੁਣ ਹੈ ਜਿਹੜੇ ਉਹ ਧਾਰਨ ਕਰਨੇ ਪੈਣੇ ਭਾਈ। ਚੋਰੀ ਚੁਗਲੀ ਛੱਡਣੀ ਪੈਣੀ ਹੈ, ਫੇਰ ਗਿਆਨ ਪ੍ਰਾਪਤ ਹੁੰਦਾ। ਗੁਣ ਦਾਤਾ ਵਿਰਲਾ ਸੰਸਾਰ, ਗੁਣਾਂ ਦਾ ਦਾਤਾ ਕੋਈ ਵਿਰਲਾ ਹੀ ਹੁੰਦਾ ਸੰਸਾਰ ਵਿੱਚ। ਕੋਈ ਗੁਰੂ, ਕੋਈ ਪੈਗੰਬਰ, ਕੋਈ ਸੰਤ ਵਿਰਲਾ ਹੁੰਦਾ। ਸਾਚੀ ਕਰਨੀ ਗੁਰ ਵਿਚਾਰ, ਗੁਰੂ ਦੀ ਵਿਚਾਰ ਕਰਨੀ ਹੀ ਸੱਚੀ ਕਰਨੀ ਹੈ। ਜੇ ਗੁਰੂ ਦੀ ਵਿਚਾਰ ਨਾ ਕਰੀ ਤਾਂ ਬਾਕੀ ਦੇ ਜਿੰਨੇ ਵੀ ਸਾਡੇ ਐਕਸ਼ਨ ਹੈ ਉਹ ਕਦੇ ਸੱਚੇ ਨਹੀਂ ਹੋ ਸਕਦੇ। ਉਹ ਸਤੋਗੁਣੀ ਹੋ ਸਕਦੇ ਲੇਕਿਨ ਉਹ ਰੂਹਾਨੀ ਨਹੀਂ ਹੋ ਸਕਦੇ। ਅਗੰਮ ਅਗੋਚਰ ਕੀਮਤ ਨਹੀਂ ਪਾਏ। ਪਰਮਾਤਮਾ, ਗੁਰੂ, ਸੰਤ ਇਹ ਅਗੰਮ ਅਗੋਚਰ ਹੁੰਦੇ ਆ। ਅਗੰਮ ਦਾ ਮਤਲਬ ਹੈ ਜਿਹਦੇ ਥਾਈਂ ਸਾਡੀ ਗਮਤਾ ਨਾ ਹੋਵੇ, ਪਹੁੰਚ ਨਾ ਹੋਵੇ। ਅਗੋਚਰ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੋਵੇ, ਉਹਦੀ ਅਸੀਂ ਕੀਮਤ ਨਹੀਂ ਪਾ ਸਕਦੇ। ਹੁਣ ਕਹਿਣ ਨੂੰ ਤਾਂ ਸੰਤ ਜਾਂ ਗੁਰੂ ਸਰੀਰਕ ਤੌਰ 'ਤੇ ਅੱਖਾਂ ਦੇ ਨਾਲ ਦੇਖੇ ਜਾ ਸਕਦੇ ਸੀ, ਦੇਖੀਆਂ ਸੰਗਤ ਨੇ, ਲੇਕਿਨ ਨਹੀਂ। ਜਿਹੜੀ ਅੰਦਰਲੀ ਬਾਤ ਹੈ ਉਹਨਾਂ ਦੀ, ਉਹਨੂੰ ਉਹ ਸਾਤੋਂ ਅਗੋਚਰ ਹੈ, ਉਹਨੂੰ ਕੋਈ ਗੁਰਮੁਖ ਦੇਖ ਸਕਦਾ। ਉਹਦੇ ਥਾਈਂ ਸਾਡੀ ਪਹੁੰਚ ਨਹੀਂ ਹੁੰਦੀ। ਸਰੀਰ ਤਾਂ ਜੁਦੀ ਗੱਲ ਹੈ, ਸਰੀਰ ਤਾਂ ਇੱਥੇ ਹੀ ਰਹਿ ਜਾਂਦਾ ਹੈ ਹਰ ਇੱਕ ਸ਼ਖਸ ਦਾ, ਪ੍ਰਾਣੀ ਮਾਤਰ ਦਾ। ਲੇਕਿਨ ਜਿਹੜਾ ਕੁਛ ਉਹਦੇ ਅੰਦਰ ਹੁੰਦਾ ਉਹਦੇ ਥਾਈਂ ਸਾਡੀ ਪਹੁੰਚ ਨਹੀਂ ਹੁੰਦੀ। ਉਹਦੀ ਮੈਂ ਮਰੀ ਹੋਈ ਹੁੰਦੀ ਹੈ, ਕਾਮ ਕ੍ਰੋਧ ਲੋਭ ਮੋਹ ਨਿਕਲੇ ਵੇ ਹੁੰਦੇ, ਸਾਨੂੰ ਉਹ ਦਿਖਦੇ ਕੋਈ ਨਹੀਂ। ਤਾਂ ਮਿਲਿਆ ਜਾਂ ਲਏ ਮਿਲਾਏ, ਮਿਲਦਾ ਕਦੋਂ ਹੈ? ਅਗੰਮ ਅਗੋਚਰ, ਜਾਂ ਉਹ ਕਿਰਪਾ ਕਰਦਾ। ਇਸੇ ਤਰ੍ਹਾਂ ਪਰਮਾਤਮਾ ਮਿਲਣਾ ਮੁਸ਼ਕਿਲ ਹੈ, ਉਸੇ ਤਰ੍ਹਾਂ ਗੁਰੂ ਮਿਲਣਾ ਮੁਸ਼ਕਿਲ ਹੈ, ਦੁਰਲੱਭ ਹੈ। ਗੁਰੂ ਕੋਲ ਜਾ ਸਕਦੇ ਹਾਂ, ਬੈਠ ਸਕਦੇ ਹਾਂ, ਉਹਨਾਂ ਨੂੰ ਦੇਖ ਵੀ ਸਕਦੇ ਹਾਂ ਅੱਖਾਂ ਨਾਲ, ਲੇਕਿਨ ਮਿਲਿਆ ਨਹੀਂ ਜਾ ਸਕਦਾ ਜਿੰਨਾ ਚਿਰ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ। ਗੁਰੂ ਸਾਹਿਬ ਕਿਰਪਾ ਨਹੀਂ ਕਰਦੇ, ਨਹੀਂ ਮਿਲਿਆ ਜਾ ਸਕਦਾ। ਮਿਲਣੇ ਔਰ ਕੋਲ ਜਾਣ ਵਿੱਚ ਬਹੁਤ ਅੰਤਰ ਹੈ। ਗੁਣਵੰਤੀ ਗੁਣ ਸਾਰੇ ਨੀਤ, ਜਿਹੜੀ ਗੁਣਵੰਤੀ, ਜਿਹੜਾ ਕੋਈ ਗੁਰਮੁਖ ਜਾਨੇ ਗੁਣਾਂ ਨੂੰ ਧਾਰਨ ਕਰ ਲਿਆ ਜਿਹਨੇ, ਉਹ ਨਿਤ ਸ੍ਰੇਸ਼ਟ ਗੁਣਾਂ ਨੂੰ ਗਾਉਂਦੀ ਹੈ, ਯਾਦ ਕਰਦੀ ਹੈ। ਨਾਨਕ ਗੁਰਮਤਿ ਮਿਲੀਐ ਮੀਤ, ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਵੀ ਗੁਰਮਤਿ ਦੇ ਰਾਹੀਂ, ਗੁਰੂ ਦੀ ਮੱਤ ਦੇ ਰਾਹੀਂ ਉਹਨੂੰ, ਇਹ ਮਿੱਤਰਾ, ਉਹਨੂੰ ਮਿਲਿਆ ਜਾ ਸਕਦਾ। ਕਾਮ ਕ੍ਰੋਧ ਕਾਇਆ ਕੋ ਗਾਲੈ, ਗਾਲੈ ਸ਼ਬਦ ਇੱਕ ਵਚਨ ਵਿੱਚ ਕਿਰਿਆ ਆਈ ਹੈ, ਗਾਲੈ ਨਹੀਂ ਹੈ, ਗਾਲੈ। ਤੋ ਇਸ ਕਰਕੇ ਕਿਉਂਕਿ ਕਾਮ ਦੇ ਮੰਮੇ ਨੂੰ ਵੀ ਔਂਕੜ ਹੈ, ਕ੍ਰੋਧ ਦੇ ਧੱਦੇ ਨੂੰ ਵੀ ਔਂਕੜ ਹੈ, ਇਹ ਸਿੰਗੂਲਰ ਲਏ ਹੋਏ ਹੈ। ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਵੇਂ ਕਾਮ ਕ੍ਰੋਧ ਕਾਇਆ ਨੂੰ ਗਾਲਦਾ ਹੈ, ਸਰੀਰ ਨੂੰ, ਜਿਉਂ ਕੰਚਨ ਸੁਹਾਗਾ ਢਾਲੈ, ਜਿਵੇਂ ਸੁਹਾਗੇ ਦੇ ਨਾਲ ਜਿਹੜਾ ਸੋਨਾ ਹੈ ਉਹ ਢਲ ਜਾਂਦਾ ਹੈ। ਕਸ ਕਸਵੱਟੀ ਸਹਿ ਸੋ ਤਾਓ, ਜਿਹੜਾ ਕਸਵੱਟੀ ਸਹਿੰਦਾ ਸੋਨਾ, ਤਾਓ ਦੀ, ਅੱਗ ਦੀ, ਸੇਕ ਦੀ, ਉਹੀ ਸ਼ੁੱਧ ਹੁੰਦਾ। ਐਸੇ ਤਰੀਕੇ ਨਾਲ ਜਿਹੜਾ ਸ਼ਖਸ ਕਸਵੱਟੀ ਸਹਿ ਗੁਰੂ ਦੇ ਵਚਨਾਂ ਦੀ, ਸੰਗਤ ਦੇ ਵਚਨਾਂ ਦੀ, ਉਹ ਪਾਰ ਜਾਂਦਾ, ਉਹ ਸ਼ੁੱਧ ਬੰਨੀ ਦਾ ਸੋਨਾ ਬਣਦਾ, ਦੂਜਾ ਨਹੀਂ ਬਣ ਸਕਦਾ, ਉਹੀ ਗੁਰਮੁਖ ਬਣ ਸਕਦਾ। ਨਦਰ ਸ਼ਰਾਬ ਬੰਨੀ ਸਚੜਾਓ, ਜਦੋਂ ਸ਼ਰਾਫ ਦੀ ਨਜ਼ਰ ਪੈਂਦੀ ਹੈ ਤਾਂ ਸੋਨਾ ਸ਼ੁੱਧ ਬਣ ਜਾਂਦਾ ਹੈ ਅੱਗ ਦੇ ਵਿੱਚ ਤੌ ਦੇ ਕੇ। ਐਸੇ ਤਰੀਕੇ ਨਾਲ ਜਿਹੜਾ ਗੁਰੂ ਹੁੰਦਾ ਹੈ ਉਹ ਸਾਡੇ ਵਾਸਤੇ ਸ਼ਰਾਫ ਹੈ। ਸ਼ਰਾਫ ਮੀਨਸ ਜਿਹੜਾ ਸੋਨੇ ਚਾਂਦੀ ਦਾ ਵਪਾਰ ਕਰਦਾ ਹੁੰਦਾ, ਉਹ ਸਾਨੂੰ ਸ਼ੁੱਧ ਬੰਨੀ ਦਾ ਸੋਨਾ ਬਣਾ ਸਕਦਾ ਜੇ ਉਹਦੀ ਨਜ਼ਰ ਪੈ ਜਾਏ ਤਾਂ। ਜਗਤ ਪਸ਼ੂ ਅਹੰਕਾਰ ਕਸਾਈ, ਜਗਤ ਪਸ਼ੂ ਹੈ, ਜਿਹੜਾ ਅਹੰਕਾਰ ਹੈ ਉਹ ਕਸਾਈ ਹੈ। ਇਹਦਾ ਭਾਵ ਇਹ ਹੈ ਵੀ ਜਗਤ ਮੂਰਖ ਹੈ, ਜਿਕਣ ਪਸ਼ੂ ਨੂੰ ਕਸਾਈ ਵੱਢ ਲੈਂਦਾ ਹੈ, ਐਸੇ ਤਰੀਕੇ ਨਾਲ ਇਹ ਜਿਹੜਾ ਕਾਲ ਹੈ ਇਹ ਸਾਡਾ ਅਹੰਗ ਦੇ ਨਾਲ ਜੁੜਿਆ ਹੋਇਆ, ਇਹ ਸਾਨੂੰ ਹਮੇਸ਼ਾ ਵੱਢਦਾ ਰਹਿੰਦਾ, ਕੱਟਦਾ ਰਹਿੰਦਾ, ਔਰ ਅੰਤ ਵਿੱਚ ਅਸੀਂ ਇਸੇ ਅਹੰਕਾਰ ਦੇ ਵਿੱਚ ਮਰ ਜਾਂਦੇ। ਸਾਧ ਸੰਗਤ ਜੀਓ, ਇਹ ਜਿਹੜਾ ਅਹੰਕਾਰ ਰੂਪੀ ਕਾਲ ਹੈ
ਇਹਨੇ ਕੋਈ ਨਹੀਂ ਛੱਡਿਆ ਅੱਜ ਤਾਈਂ। ਦੇਖੋ ਸਰੀਰਾਂ ਦਾ ਤਾਂ ਕਹਿਣਾ ਹੀ ਕਿਹਾ ਹੈ, ਜਿਹੜੇ ਸਜੀਵ ਹੈ, ਜਿਹੜੀਆਂ ਨਿਰਜਿੰਦ ਚੀਜ਼ਾਂ ਹੈ, ਚੰਦ ਸੂਰਜ ਧਰਤੀਆਂ ਵੀ ਹੈ, ਪਹਾੜ ਸਮੁੰਦਰ, ਇਹ ਵੀ ਕਈ ਵਾਰ ਕਾਲ ਨੇ ਖਾ ਲਏ, ਕਈ ਵਾਰ ਫੇਰ ਬਣਾ ਲਏ, ਉਹਦੇ ਹੁਕਮ ਦੇ ਵਿੱਚ। ਪਰਮਾਤਮਾ ਨੇ ਕਾਲ ਹੁਕਮ ਦੇ ਵਿੱਚ ਰੱਖਿਆ ਹੋਇਆ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਉਹ ਜਿਹੜਾ ਲਾਏ ਦੀਵਾਨ ਹੈ ਉਹ ਕਾਲ ਖਾਤਰ ਹੀ ਆਇਆ ਹੋਇਆ, ਸ਼ਿਵ ਜੀ ਖਾਤਰ, ਮਹੇਸ਼ ਖਾਤਰ ਵੀ ਉਹ ਮਾਰਦਾ ਜੀਵਾਂ ਨੂੰ। ਤੋ ਇਸੇ ਤਰੀਕੇ ਨਾਲ ਇਹ ਜਿਹੜਾ ਕਾਲ ਹੈ ਇਹ ਉਹਦੇ ਹੁਕਮ ਦੇ ਵਿੱਚ ਕਸਾਈ ਹੈ, ਅਹੰਕਾਰ ਰੂਪੀ ਕਸਾਈ। ਇਹ ਸਾਰੇ ਜਗਤ ਨੂੰ ਮਾਰ ਦਿੰਦਾ। ਕਰ ਕਰਤਾ ਕਰਨੀ ਕਰ ਪਾਈ। ਪਰਮਾਤਮਾ ਦੀ ਇਹ ਕਰੀ ਹੋਈ ਹੈ ਸਾਰੀ ਚੀਜ਼, ਕਿਉਂਕਿ ਕਾਲ ਅਹੰਕਾਰ ਸਭ ਉਹਨੇ ਪਾਏ ਹੋਏ ਹੈ ਜਗਤ ਦੇ ਵਿੱਚ। ਇਹ ਸਾਰੀ ਸ੍ਰਿਸ਼ਟੀ ਨੂੰ ਰੋਗ ਲਾਇਆ ਹੋਇਆ ਅਹੰਕਾਰ ਦਾ, ਇਹਦੇ ਵਿੱਚ ਇਹ ਬੰਦਾ ਖਤਮ ਹੋ ਜਾਂਦਾ। ਸਮਝ ਹੀ ਨਹੀਂ ਆਉਂਦੀ ਵੀ ਅਸੀਂ ਉਰੇ ਕਿਆ ਕਰਨ ਆਏ, ਕਿਹੜਾ ਵਣਜ ਕਰਨ ਆਏ, ਕਿਆ ਅਸੀਂ ਕੱਟਣਾ, ਕਿਆ ਲਾਹਾ ਲੈਣਾ। ਇਸ ਗੱਲ ਦੀ ਸਮਝ ਨਹੀਂ ਆਉਂਦੀ ਕਦੇ ਵੀ। ਜਿਹਾ ਜਿਹਾ ਕਰਦੇ ਹਾਂ ਫਿਰ ਉਹੋ ਜਿਹਾ ਫਲ ਭੁਗਤਦੇ ਹਾਂ। ਜਿਨ ਕੀਤੀ ਤਿਨ ਕੀਮਤ ਪਾਈ। ਜਿਨ੍ਹਾਂ ਨੇ, ਜਿਸਨੇ, ਜਿਨ ਨੰਨੇ ਨੂੰ ਸਿਆਰੀ ਹੈ ਨਾ, ਇਹ ਇਕੱਲੇ ਦੀ ਬਾਤ ਹੋ ਰਹੀ ਹੈ। ਜਿਨ ਕੀਤੀ ਯਾਨੀ ਜਿਸ ਵਾਹਿਗੁਰੂ ਨੇ ਇਹ ਚੀਜ਼ ਬਣਾਈ ਹੈ ਉਹੀ ਇਹਦੀ ਕੀਮਤ ਜਾਣਦਾ, ਅਸੀਂ ਲੋਕ ਕੀਮਤ ਨਹੀਂ ਜਾਣ ਸਕਦੇ। ਇਹ ਪਹਿਲਾਂ ਵੀ ਇੱਕ ਦਿਨ ਵਿਚਾਰ ਕਰੀ ਸੀ ਸਾਧ ਸੰਗਤ ਜੀ, ਜਿੱਥੇ ਜੱਜੇ ਨੂੰ ਸਿਆਰੀ ਨੰਨਾ ਇਕੱਲਾ ਹੁੰਦਾ ਉੱਥੇ ਬਹੁਤੇ ਹੁੰਦੇ ਆ, ਜਿੱਥੇ ਨੰਨੇ ਨੂੰ ਸਿਆਰੀ ਹੈ ਉੱਥੇ ਇਕੱਲਾ ਹੁੰਦਾ। ਉਹ ਇੱਥੇ ਫੇਰ ਦੇਖੋ, ਜੇ ਨਾ ਵਿਆਹ ਕਰਨ ਦੀ ਸੋਝੀ ਹੋਵੇ ਤਾਂ ਆਪਾਂ ਇਹਨੂੰ ਐਂ ਵੀ ਅਰਥ ਕਰ ਸਕਦੇ ਹਾਂ ਵੀ ਜਿਨ੍ਹਾਂ ਨੇ ਕੀਤੀ ਹੈ, ਯਾਨੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਚੱਲਣੀ ਚੱਲੀ ਹੈ। ਅਰਥ ਤਾਂ ਕਿਧਰੇ ਨੂੰ ਕਰ ਲਓ, ਪਰ ਜਿਨ ਸ਼ਬਦ ਇੱਕ ਵਚਨ ਹੈ, ਇੱਥੋਂ ਇੱਕ ਦੀ ਗੱਲ ਪਰਮਾਤਮਾ ਦੀ ਹੋ ਰਹੀ ਹੈ। ਜਿਨ ਕੀਤੀ, ਜਿਸਨੇ ਇਹ ਸਾਰਾ ਕੁਛ ਬਣਾਇਆ ਹੈ, ਅਹੰਕਾਰ, ਜਗਤ ਨੂੰ, ਪਸ਼ੂ, ਸਾਰਾ ਉਹਦੇ ਹੁਕਮ ਵਿੱਚ ਹੈ, ਉਹੀ ਕੀਮਤ ਪਾ ਸਕਦਾ। ਹੋਰ ਕਿਆ ਕਹੀਏ, ਕਿਛ ਕਹਿਣ ਨਾ ਜਾਏ। ਹੋਰ ਕੋਈ ਕਿਆ ਕਹੂਗਾ, ਕਹਿ ਹੀ ਨਹੀਂ ਸਕਦਾ ਕੁਛ ਵੀ। ਕੀਮਤ ਉਹੀ ਪਾ ਸਕਦਾ ਜਿਹਨੇ ਇਹ ਚੀਜ਼ ਬਣਾਈ ਹੈ। ਦੁਨੀਆ ਦੀਆਂ ਤਾਂ ਖਾਮ ਖਿਆਲੀਆਂ ਹੁੰਦੀਆਂ, ਤਰ੍ਹਾਂ ਤਰ੍ਹਾਂ ਦੇ ਵਿਚਾਰ ਹੈ। ਜਿੰਨੇ ਦੁਨੀਆ 'ਚ ਬੰਦੇ ਉਨੀ ਵਿਚਾਰਾਂ, ਜਿੰਨੇ ਰਹਿਬਰ ਹੈ ਉਨੀਆਂ ਵਿਚਾਰਾਂ। ਤਾਂ ਉਹ ਜਿਹੜੀਆਂ ਵਿਚਾਰਾਂ ਹੈ ਉਹ ਪਰਮਾਤਮਾ ਨੇ, ਹਾਲਾਂਕਿ ਉਹਦੇ ਹੁਕਮ ਵਿੱਚ ਹੈ, ਪਰ ਸਭ ਤੋਂ ਉੱਪਰ ਵਿਚਾਰ ਗੁਰੂ ਦੀ ਹੈ। ਗੁਰੂ ਤੋਂ ਬਿਨਾਂ ਸਾਰੀ ਜਗਤ ਲੁਕਾਈ ਹੈ ਕਰਦੀ, ਬਾਝ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਗੁਰੂ ਤੋਂ ਬਿਨਾਂ ਸੰਦੇਸ਼ ਹੀ ਨਹੀਂ ਸਾਡੇ ਮਨਾਂ ਵਿੱਚ ਸਹੀ ਜਾਂਦਾ। ਅਸੀਂ ਵੇਦ ਸ਼ਾਸਤਰ ਪੜ੍ਹਦੇ ਹਾਂ, ਕੁਰਾਨ ਪੜ੍ਹਦੇ ਹਾਂ, ਕਲੈਰਿਟੀ ਬਣਦੀ ਨਹੀਂ ਵੀ ਅਸਲ 'ਚ ਗੱਲ ਕਿਆ। ਭਾਵੇਂ ਦੂਜੇ ਵੀਰ ਇਸ ਗੱਲ ਨੂੰ ਪਤਾ ਨਹੀਂ ਕਿਵੇਂ ਲੈਣਗੇ, ਪਰ ਸਾਨੂੰ ਤਾਂ, ਕਿਉਂਕਿ ਗੁਰੂ ਸਾਹਿਬ ਨੂੰ ਅਸੀਂ ਅਨੁਸਰਨ ਕਰਦੇ ਹਾਂ, ਅਸੀਂ, ਸਾਡੀ ਉਹਨਾਂ ਦੇ ਉੱਤੇ ਆਸਥਾ ਹੈ, ਅਸੀਂ ਉਹਨਾਂ ਨੂੰ ਪੂਰਨ ਪੁਰਖ ਮੰਨਦੇ ਹਾਂ, ਪਰਮਾਤਮਾ ਦਾ ਰੂਪ ਮੰਨਦੇ ਹਾਂ। ਜੋ ਵੀ ਉਹ ਬਾਤ ਕਹਿੰਦੇ ਅਸੀਂ ਇਹ ਸਮਝਦੇ ਹਾਂ ਵੀ ਪਰਮਾਤਮਾ ਵੱਲੋਂ ਉਹਨਾਂ ਨੂੰ ਨਾਜ਼ਲ ਹੋਈ ਹੈ, ਉਹਨਾਂ ਦੇ ਅੰਦਰ ਹਲੂਲ ਹੋਇਆ ਪਰਮਾਤਮਾ। ਤੋ ਜੋ ਵੀ ਉਹ ਬਾਤ ਕਹਿੰਦੇ ਅਸੀਂ ਤਾਂ ਉਹੀ ਮੰਨਣੀ, ਕਿਉਂਕਿ ਜਗਤ ਨੇ ਬਹੁਤ ਸਾਰੇ ਰਸਤੇ ਅਖਤਿਆਰ ਕਰੇ ਹੋਏ ਹੈ। ਮਾਇਆਵਾਦੀ ਰਸਤਾ ਵੀ ਹੈ ਚਾਰ ਵਾਕ ਦਾ, ਜਿਹੜੇ ਆਸ਼ਾਵਾਦੀ ਵੀ ਹੈ, ਧਾਰਮਿਕ ਰਸਤੇ ਵੀ ਹੈ, ਉਹਨਾਂ ਵਿੱਚ ਵੀ ਬੜਾ ਇੰਤਸ਼ਾਰ ਹੈ, ਬੜੀਆਂ ਮੰਡੀਆਂ, ਅਲੱਗ ਅਲੱਗ ਸੋਚ ਹੈ। ਕਿਸੇ ਧਾਰਮਿਕ ਗ੍ਰੰਥ ਵਿੱਚ ਕੁਛ ਲਿਖਿਆ, ਕਿਸੇ 'ਚ ਕੁਛ ਲਿਖਿਆ, ਪਰ ਆਪਾਂ ਖਾਤਰ ਗੁਰਮਤ ਜਿਹੜੀ ਹੈ, ਗੁਰਬਾਣੀ ਜਿਹੜੀ ਹੈ, ਉਹ ਸਭ ਤੋਂ ਉੱਪਰ ਹੈ। ਉਸੇ ਦੀ ਆਪਾਂ ਮੋਹਰ ਲਾ ਸਕਦੇ ਹਾਂ ਵੀ ਆਹ ਵਿਚਾਰ ਅੰਤਮ ਹੈ ਗੁਰਬਾਣੀ ਦਾ। ਉਹ ਵੀ ਜੇ ਸਮਝ ਆ ਜਾਏ ਗੁਰਬਾਣੀ ਨੂੰ ਵੀ, ਅਸੀਂ ਕਈ ਵਾਰ ਇੱਧਰ ਉੱਧਰ ਇੰਟਰਪ੍ਰੇਟ ਕਰ ਲੈਂਦੇ ਹਾਂ ਆਪਣੀ ਆਪਣੀ ਤਰ੍ਹਾਂ, ਫਿਰ ਗੜਬੜ ਹੋ ਜਾਂਦੀ ਹੈ, ਕਿਉਂਕਿ ਬੁੱਧੀ ਤਾਂ ਅਲਪ ਹੈ। ਤੋ ਜਿਹੜਾ ਕੋਈ ਗੁਰਮੁਖ ਰਮਿਆ ਹੋਇਆ, ਰਸਿਆ ਹੋਇਆ ਨਾਮ ਨਾਲ, ਉਹ ਵਿਚਾਰ ਦਊਗਾ ਗੁਰਬਾਣੀ ਦੀ, ਉਹੀ ਸਹੀ ਹੁੰਦੀ ਹੈ। ਸਾਨੂੰ ਗਲਤਫਹਿਮੀ ਜ਼ਰੂਰ ਹੋ ਸਕਦੀ ਹੈ। ਬਾਕੀ ਵਿਆਕਰਨ ਦੀ ਮਦਦ ਗੁਰੂ ਸਾਹਿਬ ਨੇ ਸਾਨੂੰ ਪਹਿਲਾਂ ਹੀ ਵਿੱਚ ਪਾ ਕੇ ਹੀ ਭੇਜਿਆ, ਤਾਂ ਕਿ ਅਸੀਂ ਕੋਈ ਗਲਤ ਅਰਥ ਨਾ ਕਰ ਬੈਠੀਏ। ਵਿਆਕਰਨ ਦੀ ਇਕੱਲੀ ਇਕੱਲੀ ਔਂਕੜ, ਸਿਹਾਰੀ, ਬਿਹਾਰੀ, ਉਹਦੇ ਵਿੱਚ ਅਰਥ ਲੁਕੇ ਪਏ। ਤੋ ਸਾਧ ਸੰਗਤ ਜੀ, ਉਹ ਵਿਚਾਰ ਕਰਦਿਆਂ ਜ਼ਰੂਰ ਗਲਤੀਆਂ ਰਹਿ ਜਾਂਦੀਆਂ, ਭੁੱਲਾਂ ਹੋ ਜਾਂਦੀਆਂ। ਆਪ ਜੀ ਬਖਸ਼ਣਹਾਰੋ, ਬਖਸ਼ਿਓ, ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜਤ ਖੋਜਤ ਅੰਮ੍ਰਿਤ ਪੀਆ,
ਖਿਮਾ ਗਹੀ ਮਨ ਸਤਿਗੁਰ ਦੀਆ, ਖਰਾ ਖਰਾ ਆਖੈ ਸਭ ਕੋਏ, ਖਰਾ ਰਤਨ ਜੁਗ ਚਾਰੇ ਹੋਏ, ਖਾਤ ਪਿਅੰਤ ਮੂਏ ਨਹੀਂ ਜਾਣਿਆ, ਖਿਨਮੈ ਮੂਏ ਜਾਂ ਸ਼ਬਦ ਪਛਾਨਿਆ, ਅਸਥਿਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਨਿਆ, ਗਗਨ ਗੰਭੀਰ ਗਗਨੰਤਰ ਵਾਸ, ਗੁਣ ਗਾਵੇ ਸੁਖ ਸਹਿਜ ਨਿਵਾਸ, ਗਿਆ ਨ ਆਵੇ ਆਏ ਨ ਜਾਏ, ਗੁਰ ਪ੍ਰਸਾਦ ਰਹਿ ਲਿਵ ਲਾਏ, ਗਗਨ ਅਗੰਮ ਅਨਾਥ ਅਜੋਨੀ, ਅਸਥਿਰ ਚੀਤ ਸਮਾਧ ਸਗੋਨੀ, ਹਰ ਨਾਮ ਚੇਤ ਫਿਰ ਪਵੈ ਨ ਜੂਨੀ, ਗੁਰਮਤਿ ਸਾਰ ਹੋਰ ਨਾਮ ਬਿਹੂਨੀ, ਘਰ ਦਰ ਫਿਰ ਥਾਕੀ ਬਹੁਤ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ, ਕੀਤੇ ਮਾਤ ਪਿਤਾ ਸੁਤ ਧੀਆ, ਕੀਤੇ ਗੁਰ ਚੇਲੇ ਫੁਨ ਹੂਆ, ਕਾਚੇ ਗੁਰ ਤੇ ਮੁਕਤ ਨ ਹੂਆ, ਕੀਤੀ ਨਾਰ ਵਰ ਏਕ ਸੰਭਾਲ, ਗੁਰਮੁਖ ਮਰਨ ਜੀਵਨ ਪ੍ਰਭ ਨਾਲ, ਦਹਿ ਦਿਸ ਢੂੰਡ ਘਰੈ ਮੈਂ ਪਾਇਆ, ਮੇਲ ਭਇਆ ਸਤਿਗੁਰੂ ਮਿਲਾਇਆ, ਦਹਿ ਦਿਸ ਢੂੰਡ ਘਰੈ ਮੈਂ ਪਾਇਆ, ਮੇਲ ਭਇਆ ਸਤਿਗੁਰੂ ਮਿਲਾਇਆ। ਸ੍ਰੀ ਗੁਰੂ ਜੀ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ ਅਤੇ ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ, ਅਗਲੀ ਵਿਚਾਰ ਓਅੰਕਾਰ ਬਾਣੀ ਚੋਂ ਆਪਣੀ ਹਕੀਰ ਤੁੱਛ ਬੁੱਧੀ ਦੁਆਰਾ ਹਾਜ਼ਰ ਹੈ। ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹੈ, ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਖੋਜਤ ਖੋਜਤ ਅੰਮ੍ਰਿਤ ਪੀਆ, ਲੱਭਦਿਆਂ ਲੱਭਦਿਆਂ ਅੰਮ੍ਰਿਤ ਪੀ ਲਿਆ, ਛਕ ਲਿਆ। ਇਹ ਤੋਂ ਮੁਰਾਦ ਇਹ ਹੈ ਬਈ ਇੱਕੋ ਦਮ ਨਹੀਂ ਪ੍ਰਾਪਤ ਹੋ ਜਾਂਦਾ, ਮਿਹਨਤ ਕਰਨੀ ਪੈਂਦੀ ਹੈ, ਟੋਲਦਿਆਂ 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 ਪ੍ਰਭੂ ਮਿਲ ਜਾਂਦਾ ਹੈ। ਇੱਕ ਦੋ ਜਗ੍ਹਾ ਗੁਰਬਾਣੀ 'ਚ ਇਹ ਵੀ ਆਉਂਦਾ ਹੈ ਵੀ ਪਾਣੀ ਨੂੰ ਝੋਲ ਕੇ ਪੀਓ ਭਾਈ, ਪਾਣੀ ਦੇ ਉੱਪਰ ਬੂਰ ਹੁੰਦਾ ਨਾ ਹਰਾ ਹਰਾ ਜਿਹਾ, ਉਹਨੂੰ ਪਿੱਛੇ ਹਟਾ ਕੇ ਫਿਰ ਪੀਓ। ਮਤਲਬ ਇਹ ਵੀ ਜਿਹੜੇ ਆਪਣੇ ਅੰਦਰ ਵਿਕਾਰ ਹੈ ਉਹਨਾਂ ਨੂੰ ਗੁਰੂ ਦੀ ਕਿਰਪਾ ਦੇ ਨਾਲ ਹੌਲੀ ਹੌਲੀ ਕੱਢ ਕੇ ਅੰਦਰ ਨਾਮ ਦਾ ਵਾਸਾ ਹੁੰਦਾ। ਖਿਮਾ ਗਈ ਮਨ ਸਤਿਗੁਰ ਦੀਆ, ਜਦੋਂ ਖਿਮਾ ਮਨ ਵਿੱਚ ਵਸ ਗਈ, ਮਨ ਸਤਿਗੁਰੂ ਨੂੰ ਦੇ ਦਿੱਤਾ, ਅੰਮ੍ਰਿਤ ਦੀ ਪ੍ਰਾਪਤੀ ਹੋ ਗਈ। ਖਰਾ ਖਰਾ ਆਖੇ ਸਭ ਕੋਏ, ਹੁਣ ਸਾਰੇ ਹੀ ਕਹਿੰਦੇ ਆ ਵੀ ਖਰਾ ਹੋ ਗਿਆ, ਬਈ ਠੀਕ ਹੋ ਗਿਆ, ਸਾਧੂ ਬਣ ਗਿਆ, ਸੰਤ ਬਣ ਗਿਆ। ਖਰਾ ਰਤਨ ਯੁੱਗ ਚਾਰੇ ਹੋਏ, ਚਾਰਾਂ ਯੁੱਗਾਂ ਦੇ ਵਿੱਚ ਖਰਾ ਰਤਨ ਹੀ ਹੈ, ਪਰਮਾਤਮਾ ਹੀ ਹੈ। ਖਾਤ ਪਿਅੰਤ ਮੂਏ ਨਹੀਂ ਜਾਣਿਆ, ਖਾ ਲਿਆ ਪੀ ਲਿਆ ਮਰ ਗਏ, ਜਾਣਿਆ ਕੋਈ ਨਹੀਂ ਉਹਨੂੰ, ਸਾਰਾ ਸੰਸਾਰ ਇੱਕ ਨੇ ਮਰ ਜਾਂਦਾ, ਆਉਂਦਾ ਜਾਂਦਾ। ਖਿਨਮੈ ਮੂਏ ਜਾਂ ਸ਼ਬਦ ਪਛਾਨਿਆ, ਦੇਖੋ ਸਾਧ ਸੰਗਤ ਜੀ, ਇਹ ਮਰਨਾ ਸ਼ਬਦ ਮੂਏ ਦੋ ਰੂਪਾਂ 'ਚ ਆ ਗਿਆ ਉਰੇ। ਇੱਕ ਤਾਂ ਸੰਸਾਰ ਖਾਤਰ ਹੈ ਵੀ ਖਾ ਲਿਆ ਪੀ ਲਿਆ ਮਰ ਗਏ ਲੰਘ ਗਏ, ਦੂਜਾ ਮੂਆ ਹੈਗਾ ਸ਼ਬਦ ਦੇ ਰਾਹੀਂ ਮਰਨਾ, ਜਿਹਨੂੰ ਕਬੀਰ ਜੀ ਕਹਿ ਰਹੇ ਆ, ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਇਹ ਮਰਨਾ ਕਿਆ ਹੈ? ਜਦੋਂ ਗੁਰੂ ਦੇ ਸ਼ਬਦ ਦਾ ਵਾਸ ਅੰਦਰ ਹੋ ਜਾਂਦਾ ਹੈ, ਉਹਦੇ ਨਾਲ ਫਿਰ ਸਾਡੀ ਹਉਮੈ ਮਰ ਜਾਂਦੀ ਹੈ, ਮਨ ਦੀ ਮੈਂ ਮਰ ਜਾਂਦੀ ਹੈ। ਉਹਨੂੰ ਕਹਿੰਦੀ ਹੈ ਗੁਰਬਾਣੀ ਵੀ ਹੁਣ ਇਹ ਮਰ ਗਿਆ, ਸਪਿਰਚੁਅਲੀ ਮਰਨਾ। ਜਦੋਂ ਉਹ ਮਨ ਮਰ ਜਾਂਦਾ ਤਾਂ ਹਮੇਸ਼ਾ ਵਾਸਤੇ ਅਮਰ ਹੋ ਜਾਂਦਾ। ਫਿਰ ਸਾਰੇ ਗੁਰੂ ਸਾਹਿਬਾਨ ਭਗਤ ਸਾਹਿਬਾਨ ਮਨ ਦੇ ਵਿੱਚ ਮਰ ਕੇ ਹੀ ਅਮਰ ਹੋਏ ਹੋਏ। ਇਹ ਮਰਨਾ ਬਹੁਤ ਪਵਿੱਤਰ ਹੈ। ਕੋਈ ਵਿਰਲਾ ਵਿਰਲਾ ਮਰਦਾ ਇਸ ਤਰੀਕੇ ਨਾਲ, ਜਿਹਦੇ ਉੱਪਰ ਪੂਰੀ ਕਿਰਪਾ ਹੋ ਜਾਏ। ਅਸਥਿਰ ਚੀਤ ਮਰਨ ਮਨ ਮਾਨਿਆ, ਹੁਣ ਕਹਿੰਦੇ ਗੁਰੂ ਪਾਤਸ਼ਾਹ ਫਰਮਾ ਰਹੇ ਆ ਵੀ ਸਾਡਾ ਜਿਹੜਾ ਚਿੱਤ ਹੈ ਉਹ ਸਥਿਰ ਹੋ ਗਿਆ, ਮਨ ਨੇ ਮਰਨਾ ਸਿੱਖ ਲਿਆ, ਮੰਨ ਗਿਆ ਮਨ ਸ਼ਬਦ ਦੇ ਨਾਲ ਮਰਨ ਨੂੰ। ਗੁਰ ਕਿਰਪਾ ਤੇ ਨਾਮ ਪਛਾਨਿਆ, ਗੁਰੂ ਦੀ ਕਿਰਪਾ ਵਰਸੀ, ਅੰਮ੍ਰਿਤ ਰੂਪੀ ਵਰਖਾ ਹੋਈ ਗੁਰੂ ਦੇ ਬਚਨਾਂ ਦੀ, ਤੇ ਨਾਮ ਦੀ ਪਛਾਣ ਹੋ ਗਈ। ਗਗਨ ਗੰਭੀਰ ਗਗਨੰਤਰ ਵਾਸ, ਗਗਨ 10ਵੇਂ ਦੁਆਰ ਦੀ ਬਾਤ ਹੈ, ਜਿੱਥੇ ਕਾਮ ਕ੍ਰੋਧ ਲੋਭ ਮੋਹ ਪਿੱਛੇ ਹਟ ਜਾਂਦਾ ਹੈ ਅਤੇ ਮਨ ਹਰ ਵਕਤ ਜਿਹੜੀ ਸੁਤਾ ਸਾਡੀ ਸੁਰਤ ਉਹ ਪ੍ਰਭੂ 'ਚ ਜੁੜੀ ਰਹਿੰਦੀ ਹੈ। ਉਹ ਗੰਭੀਰ ਪ੍ਰਭੂ ਦਾ ਸਾਡੇ ਜਿਹੜਾ ਅੰਤਰ-ਆਤਮਾ ਉਹਦੇ 'ਚ ਵਾਸਾ ਹੋ ਗਿਆ। ਗੁਣ ਗਾਵੇ ਸੁਖ ਸਹਿਜ ਨਿਵਾਸ, ਹੁਣ ਇਹ ਮਨ ਉਹਦੇ ਗੁਣ ਗਾਉਂਦਾ ਹੈ, ਸੁਖ ਸਹਿਜ ਵਿੱਚ ਸਾਡਾ ਨਿਵਾਸ ਹੋ ਗਿਆ।
ਸਾਧ ਸੰਗਤ ਜੀਓ, ਇਹ ਵਿਚਾਰ ਵੀ ਕਰਨ ਵਾਲੀ ਹੈ ਸੁਖ ਸਹਿਜ ਦੀ। ਇਹ ਸ਼ਬਦ ਅਕਸਰ ਆਉਂਦਾ ਗੁਰਬਾਣੀ 'ਚ। ਸੁਖ ਸਹਿਜ ਤੋਂ ਮੁਰਾਦ ਜੋ ਦਾਸਰਾ ਸਮਝ ਰਿਹਾ ਉਹ ਇਹ ਹੈ ਬਈ ਸੁੱਖਾਂ ਦੇ ਪ੍ਰਤੀ ਮਨ ਵਿੱਚ ਸਹਿਜ ਬਣ ਗਿਆ। ਕੋਈ ਵੀ ਸੁੱਖ ਮਿਲ ਜੇ, ਕੋਈ ਪੈਸਾ ਧੇਲਾ, ਕੋਈ ਪਦਾਰਥ ਦੁਨਿਆਵੀ, ਕੋਈ ਅਹੁਦਾ ਬੜਾ, ਉਹਨੂੰ ਅਸੀਂ ਸੁੱਖ ਸਮਝਦੇ ਹਾਂ। ਨਹੀਂ, ਸੁੱਖ ਸਹਿਜ ਤੋਂ ਭਾਵ ਹੈ ਜਦੋਂ ਮਨ ਇਹੋ ਜਿਹੇ ਪਦਾਰਥ ਆਉਂਦੇ ਆ ਜਿਹੜੇ ਇਹਨਾਂ ਦੇ ਪ੍ਰਤੀ ਉਦਾਸੀਨ ਤਾਂ ਨਾ ਕਹੀਏ, ਉਹਨਾਂ ਦੇ ਪ੍ਰਤੀ ਮਨ ਵਿਚਲਿਤ ਨਾ ਹੋਵੇ ਉਹਨਾਂ ਨੂੰ ਲੈ ਕੇ, ਉਹਨੂੰ ਕਹਿੰਦੇ ਸੁੱਖ ਸਹਿਜ ਨਿਵਾਸ। ਨਹੀਂ ਤਾਂ ਅਸੀਂ ਖੁਸ਼ੀਆਂ ਗਾਜੇ ਬਾਜੇ ਬਹੁਤ ਕੁਛ ਕਰਦੇ ਹਾਂ ਨਾ, ਜਦ ਕੋਈ ਅਹੁਦਾ ਮਿਲਦਾ ਹੈ ਜਾਂ ਕੋਈ ਸਾਨੂੰ ਕੋਈ ਪਦਾਰਥ ਮਿਲਦਾ ਹੈ, ਕੋਠੀ ਬਣਦੀ ਹੈ ਜਾਂ ਬੜੀ ਕਾਰ ਮਿਲਦੀ ਹੈ ਕੋਈ, ਲੇਕਿਨ ਜਿਹੜਾ ਬੰਦਾ ਜਾਂ ਮਹਾਂਪੁਰਸ਼ ਪਰਮਾਤਮਾ ਕੰਨੀ ਜੁੜ ਜਾਂਦਾ ਹੈ, ਉਹ ਸੁੱਖਾਂ ਦੇ ਸਹਿਜ ਵਿੱਚ ਚਲੇ ਜਾਂਦਾ ਹੈ। ਮਤਲਬ ਹੈ ਸੁੱਖਾਂ ਦੇ ਵਿੱਚ ਉਹਨੂੰ ਕੋਈ ਇਸ ਤਰ੍ਹਾਂ ਵਿਚਲਿਤ ਨਹੀਂ ਹੁੰਦਾ ਵੀ ਬੱਲੇ ਬੱਲੇ ਬਹੁਤ ਖੁਸ਼ੀਆਂ ਵਾਜੇ ਗਾਜੇ ਕਰੇ ਹੋ, ਨੋ। ਅਤੇ ਇਸ ਤੋਂ ਵੀ ਅਗਲੀ ਸਟੇਜ ਹੈ ਜਿਹੜਾ ਦੁੱਖ ਸਹਿਜ ਬਣਦਾ ਹੈ, ਉਹ ਬਹੁਤ ਹੋਰ ਵੀ ਵਿਰਲੇ ਟਾਵੇਂ ਦਾ ਬਣਦਾ ਹੈ। ਕਿਉਂਕਿ ਸੁੱਖਾਂ ਦੇ ਵਿੱਚ ਤਾਂ ਕਾਫੀ ਲੋਕ ਹੁੰਦੇ ਜਿਹੜੇ ਪਹੁੰਚ ਜਾਂਦੇ ਸੁੱਖ ਸਹਿਜ ਵਿੱਚ। ਦੁੱਖਾਂ ਪ੍ਰਤੀ ਸਹਿਜ, ਇਹ ਤਾਂ ਪੰਜਵੇਂ ਪਾਤਸ਼ਾਹ ਤੋਂ ਨੌਵੇਂ ਪਾਤਸ਼ਾਹ ਤੋਂ ਕੋਈ ਸਿੱਖੇ। ਉਹ ਸੁੱਖਾਂ ਵਿੱਚ ਵੀ ਵਿਚਲਿਤ ਨਹੀਂ ਹੁੰਦਾ ਬੰਦਾ, ਉਹ ਹੈ ਪੂਰੀ ਪਰਮ ਗਤੀ ਜਿਹੜੀ ਪਾਉਣੀ ਹੈ, ਪਰਮੇਸ਼ਰ ਨੂੰ ਮਿਲਣਾ ਹੈ। ਇੱਕ ਹੈ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਣਾ, ਇੱਕ ਹੁੰਦਾ ਉਸ ਤੋਂ ਥੋੜ੍ਹੀ ਪਹਿਲੀ ਸਟੇਜ ਸੁੱਖ ਸਹਿਜ ਦੀ, ਪਰਮਾਤਮਾ ਦੇ ਨਾਲ ਮਿਲਾਪ ਗੁਰੂ ਦੇ ਰਾਹੀਂ। ਜਦੋਂ ਪੂਰਨ ਮਿਲਾਪ ਹੋ ਜੇ, ਇੱਕ ਸਵੇਰ ਹੈ ਇੱਕ ਦੁਪਹਿਰ ਹੈ। ਜਿਹੜਾ ਸੁੱਖ ਸਹਿਜ ਹੈ ਉਹ ਸਵੇਰ ਹੈ, ਜਿਹੜਾ ਦੁੱਖ ਸਹਿਜ ਹੈ ਉਹ ਪੂਰੇ ਦੁਪਹਿਰ ਦਾ ਖੜਾਓ ਜਦੋਂ ਹੁੰਦਾ। ਜਦੋਂ ਫਿਰ ਭਾਵੇਂ ਗਰਦਨ ਕੱਟੀ ਜਾਵੇ ਕੋਈ, ਭਾਵੇਂ ਸਮੁੰਦਰ 'ਚ ਰੋੜ ਦੇਵੇ ਬੇੜੀਆਂ ਬੰਨ੍ਹ ਕੇ, ਭਾਵੇਂ ਤਵੀਆਂ 'ਤੇ ਬਿਠਾ ਦੇ, ਫਿਰ ਕੋਈ ਫਰਕ ਨਹੀਂ ਪੈਂਦਾ ਮਨ ਨੂੰ, ਉਹ ਅਵਸਥਾ। ਪਰ ਜਿਹੜਾ ਸੁੱਖ ਸਹਿਜ ਹੈ ਇਹ ਵੀ ਬਹੁਤ ਗੰਭੀਰ ਅਵਸਥਾ ਹੁੰਦੀ ਹੈ, ਬਹੁਤ ਉੱਚੀ ਅਵਸਥਾ ਹੈ, ਕੋਈ ਛੋਟੀ ਅਵਸਥਾ ਨਹੀਂ। ਨਹੀਂ ਤਾਂ ਬੰਦਾ ਖੁਸ਼ੀਆਂ ਦੇ ਵਿੱਚ ਪਾਗਲ ਹੋ ਜਾਂਦਾ, ਇੰਨੀਆਂ ਖੁਸ਼ੀਆਂ ਕਰਦਾ ਹੈ ਬਈ ਵਿਚਲਿਤ ਹੋ ਕੇ ਬਹਿ ਜਾਂਦਾ। ਗਿਆ ਨਾ ਆਵੇ ਜਾਏ ਨਾ ਆਏ, ਨਾ ਜਾ ਕੇ ਆਉਂਦਾ ਜਿਹੜਾ ਬੰਦਾ ਇਸ ਤਰ੍ਹਾਂ ਦੀ ਅਵਸਥਾ 'ਚ ਪਹੁੰਚ ਜਾਂਦਾ, ਨਾ ਆ ਕੇ ਜਾਂਦਾ ਹੈ। ਮਤਲਬ ਸਥਿਰ ਹੋ ਜਾਂਦਾ ਹੈ, ਪਰਮਾਨੈਂਟਲੀ ਟਿਕ ਜਾਂਦਾ ਹੈ। ਜਿਉਂ ਜਿਉਂ ਧਰੂ ਨਾਰਦ ਟਿਕੇ ਨਾਇਕ ਟਿਕਾਵੋ ਮੋਹੇ, ਜਿਵੇਂ ਧਰੂ ਨਾਰਦ ਪੱਕੇ ਟਿਕੇ ਹੋਏ ਹੈ, ਇਹ ਵਾਹਿਗੁਰੂ ਸਾਨੂੰ ਵੀ ਉਸੇ ਤਰ੍ਹਾਂ ਟਿਕਾ ਦੇ, ਅਸੀਂ ਮੁੜ ਕੇ ਨਾ ਆਈਏ ਨਾ ਜਾਈਏ, ਉਹ ਬਾਤ ਹੋ ਰਹੀ ਹੈ। ਗੁਰ ਪ੍ਰਸਾਦ ਰਹਿ ਲਿਵ ਲਾਏ, ਗੁਰੂ ਦੀ ਕਿਰਪਾ ਦੇ ਨਾਲ ਲਿਵ ਲਾ ਕੇ ਰਹਿੰਦਾ ਹਰ ਵਕਤ, ਸੁਤਾ ਉੱਧਰ ਲੱਗੀ ਰਹਿੰਦੀ ਹੈ। ਗਗਨ ਅਗੰਮ ਅਨਾਥ ਅਜੂਨੀ, ਉਹਦਾ ਜਿਹੜਾ ਮਨ ਹੈ ਯਾਨੀ ਹਿਰਦਾ ਹੈ, ਜਿਹੜਾ ਗਗਨ ਹੈ, 10ਵੇਂ ਦੁਆਰ 'ਚ ਪਹੁੰਚਿਆ ਹੋਇਆ ਮਨ, ਉਹ ਫਿਰ ਅਗੰਮ ਅਨਾਥ ਅਜੂਨੀ ਬਣ ਜਾਂਦਾ, ਪਰਮਾਤਮਾ ਵਰਗਾ ਹੀ ਹੋ ਜਾਂਦਾ। ਉਹ ਫਿਰ ਮੁੜ ਕੇ ਜੂਨਾਂ 'ਚ ਨਹੀਂ ਪੈਂਦਾ। ਅਸਥਿਰ ਚੀਤ ਸਮਾਧ ਸੁਗੁਰਨੀ, ਜਦੋਂ ਸਥਿਰ ਹੋ ਗਿਆ ਚਿੱਤ, ਹਿਰਦਾ ਇੱਕ ਜਗ੍ਹਾ ਖੜ੍ਹ ਗਿਆ, ਤਾਂ ਉਹ ਸਾਰੇ ਗੁਣਾਂ ਵਾਲੀ ਸਮਾਧ ਬਣ ਜਾਂਦੀ ਹੈ, ਚੱਲਦੀ ਫਿਰਦੀ ਸਮਾਧ ਜਿਹਨੂੰ ਕਹਿੰਦੇ। ਇੱਕ ਤਾਂ ਸਮਾਧਾਂ ਬੰਦਾ ਆਪਣੀ ਕੋਸ਼ਿਸ਼ ਕਰਕੇ ਲਾਉਂਦਾ ਹੈ, ਜਿਵੇਂ ਰਜਨੀਸ਼ ਕਰਾਉਂਦਾ ਹੈ, ਉਹ ਨਹੀਂ ਗੁਰਬਾਣੀ ਦੀ ਸਮਾਧ ਹੈ। ਗੁਰਬਾਣੀ ਦੀ ਸਮਾਧ ਹੈ ਚੱਲਦਿਆਂ ਫਿਰਦਿਆਂ ਗੁਣ ਗਾਉਂਦਿਆਂ ਉਹਦੇ ਵਿੱਚ ਮਨ ਟਿਕਿਆ ਰਹੇ। ਉਹ ਸਾਡੇ ਵੱਸ ਦੀ ਗੱਲ ਨਹੀਂ, ਉਹ ਗੁਰੂ ਵੱਲੋਂ ਪ੍ਰਦਾਨ ਹੁੰਦੀ ਹੈ ਸਾਨੂੰ। ਜਿਹੜੀਆਂ ਰਜਨੀਸ਼ ਦੀਆਂ ਸਮਾਧੀਆਂ ਉਹ ਬੰਦਾ ਆਪਣੇ ਵੱਲੋਂ ਕਰਦਾ ਹੈ, ਉਹ ਤ੍ਰੈ ਗੁਣਾਂ 'ਚ ਹੈ। ਜਿਹੜੀ ਗੁਰੂ ਵੱਲੋਂ ਸਾਨੂੰ ਸਮਾਧ ਬਖਸ਼ਿਸ਼ ਹੁੰਦੀ ਹੈ ਉਹ ਬਹੁਤ ਉੱਚੀ ਬਾਤ ਹੈ, ਉਹ ਸਾਡੇ ਵੱਸ ਦੀ ਗੱਲ ਨਹੀਂ ਹੈ। ਹਰਿਨਾਮ ਚੇਤ ਫਿਰ ਪਵੈ ਨਾ ਜੂਨੀ, ਹਰੀ ਦਾ ਨਾਮ ਚੇਤਣਾ ਫਿਰ ਮੁੜ ਕੇ ਜੂਨਾਂ ਵਿੱਚ ਕਾਹਦਾ ਆਉਣਾ। ਜੇ ਉਹਨੂੰ ਯਾਦ ਕਰ ਲਈਏ ਹਿਰਦੇ ਤੋਂ ਇੱਕ ਵਾਰ ਵੀ, ਤਾਂ ਵੀ 84 ਕੱਟੀ ਜਾਂਦੀ ਹੈ। ਗੁਰਮਤਿ ਸਾਰ ਹੋਰ ਨਾਮ ਵੀ ਹੁੰਨੀ, ਸਭ ਤੋਂ ਸ੍ਰੇਸ਼ਟ ਗੁਰੂ ਦੀ ਮੱਤ ਹੈ, ਬਾਕੀ ਸਾਰਾ ਕੁਛ ਨਾਮ ਤੋਂ ਖਾਲੀ ਹੈ। ਕਹਿਣ ਤੋਂ ਭਾਵ ਇਹ ਵੀ ਗੁਰੂ ਦੀ ਮੱਤ, ਗੁਰੂ ਦੀ ਜਿਹੜੀ ਸ੍ਰੇਸ਼ਟ ਮੱਤ ਹੈ ਨਾਮ ਵਾਲੀ, ਉਹੀ ਸ੍ਰੇਸ਼ਟ ਹੈ। ਬਾਕੀ ਦੇ ਸਾਰੀਆਂ ਮੱਤਾਂ ਜਿੰਨੀਆਂ ਦੁਨੀਆ ਦੇ ਵਿੱਚ ਚੱਲਦੀਆਂ ਉਹ ਨਾਮ ਤੋਂ ਵੀ ਹੋਣੀਆਂ ਖਾਲੀ। ਘਰ ਦਰ ਫਿਰ ਥਾਕੀ ਬਹੁਤ ਤੇਰੇ,
ਬੰਦਾ ਬਹੁਤ ਘਰਾਂ ਵਿੱਚ, ਬਹੁਤ ਜੂਨਾਂ ਵਿੱਚ ਆਉਂਦਾ ਜਾਂਦਾ, ਥੱਕ ਜਾਂਦਾ ਹੈ। ਜਾਤ ਅਸੰਖ ਅੰਤ ਨਹੀਂ ਮੇਰੇ, ਇੰਨੀਆਂ ਮੈਂ ਅਸੰਖਾਂ ਹੀ ਜਨਮਾਂ ਜਾਤਾਂ ਵਿੱਚ ਫਿਰਿਆ, ਕੋਈ ਅੰਤ ਨਹੀਂ ਹੈ। ਕਈ ਜਨਮ ਭਏ ਕੀਟ ਪਤੰਗਾ ਵਾਲੀ ਬਾਤ। ਕੇਤੇ ਮਾਤ ਪਿਤਾ ਸੁੱਤ ਧੀਆ, ਕਿੰਨੀ ਵਾਰ ਮੈਂ ਕਿਸੇ ਦਾ ਪੁੱਤ ਬਣਿਆ, ਕਿਸੇ ਦਾ ਬਾਪ ਬਣਿਆ, ਕਿਸੇ ਦੀ ਮਾਤਾ ਬਣੀ ਹੈ। ਕੇਤੇ ਗੁਰ ਚੇਲੇ ਫੁਨ ਹੁਆ, ਕਿੰਨੀ ਵਾਰ ਦੁਨਿਆਵੀ ਚੇਲੇ ਬਣੇ, ਕਿੰਨੀ ਵਾਰ ਦੁਨਿਆਵੀ ਗੁਰੂ ਬਣਿਆ। ਕੱਚੇ ਗੁਰ ਤੇ ਮੁਕਤ ਨਾ ਹੁਆ, ਅਜਿਹੇ ਜਿਹੜੇ ਕੱਚੇ ਗੁਰੂ ਹੁੰਦੇ ਸੋ ਕਾਲਡ ਦੁਨੀਆ ਦੇ ਵਿੱਚ ਬਹੁਤ ਹੈ। ਅਜਿਹੇ ਗੁਰੂਆਂ, ਕੱਚੇ ਗੁਰੂਆਂ ਤੋਂ ਮੁਕਤੀ ਨਹੀਂ ਮਿਲਦੀ ਭਾਈ, ਉਹ ਆਪ ਵੀ ਡੁੱਬੇ ਹੋਏ ਉਹਨੇ, ਸਾਨੂੰ ਵੀ ਡੁਬੋ ਦਿੰਦੇ। ਜਿਵੇਂ ਪੰਡਿਤ ਗੁਰੂ ਹੈ, ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਲੋਕਾਂ ਦਾ ਕਿਸੇ ਵਕਤ ਪੰਡਿਤ ਗੁਰੂ ਹੁੰਦਾ ਸੀ, ਕਾਫੀ ਹੱਦ ਤੱਕ ਹੁਣ ਵੀ ਉਸੇ ਦੀ ਮੰਨੀ ਜਾਂਦੀ ਹੈ। ਪਰ ਸਿੱਖ ਸਮਾਜ ਤਾਂ ਸ਼ਾਇਦ ਹੁਣ ਪੰਡਿਤ ਦੇ ਚੰਗਲ 'ਚੋਂ ਨਿਕਲ ਗਿਆ, ਪਰ ਹੁਣ ਹੋਰ ਤਰ੍ਹਾਂ ਦੇ ਗਿਆਨੀਆਂ ਦੇ ਮੁਕਤ ਉਹਦੇ ਵਿੱਚ ਆ ਗਿਆ ਜੰਗਲ 'ਚ। ਕਾਚੇ ਗੁਰ ਤੇ ਮੁਕਤ ਨਾ ਹੁਆ, ਤੋ ਕਦੇ ਮੁਕਤੀ ਨਹੀਂ ਮਿਲਦੀ ਭਾਈ। ਕੇਤੀ ਨਾਰ ਵਰ ਏਕ ਸੰਭਾਲ, ਪਰਮਾਤਮਾ ਪ੍ਰਭੂ ਇੱਕ ਸਭ ਦਾ ਪਤੀ ਹੈ, ਬਾਕੀ ਸਭ ਨਾਰਾਂ ਹੈ। ਏਕਾ ਪੁਰਖ ਸਵਾਈ ਨਾਰ, ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਜਿਹੜਾ ਗੁਰਮੁਖ ਹੋ ਜਾਂਦਾ ਹੈ, ਗੁਰੂ ਦਾ ਅਨੁਸਾਰੀ ਹੋ ਜਾਂਦਾ, ਉਹਦਾ ਜੀਵਨ ਮਰਨਾ ਆਪਣੇ ਪਰਮਾਤਮਾ ਪ੍ਰਭੂ ਦੇ ਨਾਲ, ਜਿਹੜਾ ਉਹਦਾ ਪਤੀ ਹੈ ਉਹਦੇ ਨਾਲ ਹੁੰਦਾ, ਉਸੇ ਵਿੱਚ ਉਹ ਲੀਨ ਹੁੰਦਾ। ਦੁਨਿਆਵੀ ਪਤੀ ਦੀ ਬਾਤ ਨਹੀਂ ਹੈ, ਗੁਰਮੁਖ ਵਾਸਤੇ ਹਮੇਸ਼ਾ ਹੀ ਪਰਮਾਤਮਾ ਪਤੀ ਹੁੰਦਾ। ਦਹਿ ਦਿਸ ਢੂੰਡ ਘਰੈ, ਕੇਤੀ ਨਾਰ ਵਰ ਏਕ ਸੰਭਾਲ, ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਦਹਿ ਦਿਸ ਢੂੰਡ ਘਰੈ ਮੈਂ ਪਾਇਆ, ਚਾਰ ਚਫੇਰੇ ਦਸੇ ਦਿਸ਼ਾ ਵਿੱਚ ਢੂੰਡ ਕੇ ਅਖੀਰ ਨੂੰ ਆਪਣੇ ਹਿਰਦੇ ਦੇ ਵਿੱਚ ਹੀ ਪਰਮਾਤਮਾ ਪਾਇਆ। ਚੜ੍ਹ ਸਮੇਰ ਢੂੰਡ ਜਬ ਆਵਾ, ਜੇ ਗੜ ਗੜਿਓ ਸੋ ਗੜ ਮੈਂ ਪਾਇਆ। ਇਹ ਕਿਲ੍ਹਾ ਜਿਹੜਾ ਸਰੀਰ ਦਾ, ਇਹਦੇ ਵਿੱਚ ਹੀ ਪਰਮਾਤਮਾ ਮਿਲ ਗਿਆ। ਜਦ ਕਿ ਸਾਰੇ ਪਰਬਤ ਗਾਹੇ, ਸਮੁੰਦਰ ਗਾਹੇ, ਸਮੇਰ ਪਰਬਤ ਤੱਕ ਰਸਾਈ ਕਰੀ, ਕਿਤੇ ਨਹੀਂ ਮਿਲਿਆ, ਅੰਦਰ ਤੋਂ ਹੀ ਪ੍ਰਗਟ ਹੋਇਆ। ਮੇਲ ਪਿਆ ਸਤਿਗੁਰੂ ਮਿਲਾਇਆ, ਮੇਲ ਹੋ ਗਿਆ ਸਤਿਗੁਰੂ ਦੁਆਰਾ, ਫਿਰ ਆਪਣੇ ਹਿਰਦੇ ਦੇ ਵਿੱਚ ਹੀ ਪ੍ਰਗਟ ਹੋ ਗਿਆ। ਇਹ ਉਹੀ ਬਾਤ ਹੈ ਵੀ ਜਿਹਨੂੰ ਰਾਮਾਨੰਦ ਜੀ ਗੁਰਬਾਣੀ 'ਚ ਫਰਮਾ ਰਹੇ हैं, ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਵੇਦ ਪ੍ਰਾਣ ਸਭ ਦੇਖੇ ਜੋਏ, ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਢੂੰਡਦਾ ਫਿਰਦਾ ਬੰਦਾ ਤੀਰਥਾਂ 'ਤੇ, ਸਾਰੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੀ ਵਾਰ ਤੀਰਥ ਕਰਕੇ ਸਮਝਦਾ ਵੀ ਮੈਂ ਹੁਣ ਆਈ ਐਮ ਸਮਥਿੰਗ ਨਾਊ, ਮੈਂ ਹੁਣ ਕੁਛ ਹੋ ਗਿਆ। ਇਹ ਮਨ ਦਾ ਹੀ ਖਿਆਲ ਹੁੰਦਾ ਬੰਦੇ ਦਾ। ਬਾਹਰ ਤੀਰਥਾਂ ਦੇ ਉੱਪਰ ਨਹੀਂ ਮਿਲਣਾ ਭਾਈ, ਉਹਨੇ ਮਿਲਣਾ ਆਪਣੇ ਹਿਰਦੇ ਤੀਰਥ ਵਿੱਚ, ਗੁਰੂ ਦੀ ਕਿਰਪਾ ਨਾਲ ਮਿਲਣਾ। ਇਹ ਗੁਰਮਤਿ ਦਾ ਸਿਧਾਂਤ ਹੈ। ਜੇ ਸਮਝ ਆ ਜੇ ਫਿਰ ਕੋਈ ਮਹਾਂਪੁਰਸ਼ ਇਹ ਕਹਿ ਦਿੰਦਾ ਹੈ ਵੀ ਹਜ਼ੂਰ ਸਾਹਿਬ ਸਾਹਿਬ ਹਜ਼ੂਰ, ਖਡੂਰ ਸਾਹਿਬ ਸਾਹਿਬ ਖਡੂਰ। ਉਹ ਭਾਈ ਉਹ ਤਾਂ ਆਪਣੇ ਹਿਰਦੇ ਵਿੱਚ ਬੈਠਾ, ਉਹਨੂੰ ਬਾਹਰ ਕਾਹਤੇ ਟੋਲਦੇ ਫਿਰਦੇ ਆ। ਜਿਹੜੇ ਤੀਰਥ ਕਰਨ ਦਾ ਹੈ ਖਿਆਲ, ਉਹ ਬੁਰਾ ਨਹੀਂ ਹੈ। ਤੀਰਥਾਂ ਦੇ ਉੱਤੇ ਪੁਰਾਣੇ ਸਮਿਆਂ 'ਚ ਲੋਕ ਜਾਂਦੇ ਸੀਗੇ, ਉੱਥੇ ਸੰਗਤ ਹੋ ਜਾਂਦੀ ਸੀਗੀ ਚੰਗੇ ਪੁਰਸ਼ਾਂ ਦੀ। ਉਦੋਂ ਆਮ ਸੰਗਤਾਂ ਹੁੰਦੀਆਂ ਨਹੀਂ ਸੀ, ਨਾ ਕੋਈ ਟੀ ਵੀ 'ਚ ਕਥਾ ਆਉਂਦੀ ਸੀ, ਨਾ ਕੋਈ ਇਹੋ ਜਿਹਾ ਸਿਲਸਿਲਾ ਹੁੰਦਾ ਸੀ, ਬਹੁਤ ਘੱਟ ਹੁੰਦੀ ਸੀ। ਤੋ ਤੀਰਥਾਂ ਦੇ ਉੱਪਰ ਹੋ ਜਾਇਆ ਕਰਦੀ ਸੀ, ਇਸੇ ਕਰਕੇ ਲੋਕ ਤੀਰਥ ਕਰਿਆ ਕਰਦੇ ਸੀਗੇ। ਉਹ ਗੁਰੂ ਸਾਹਿਬ ਨੇ ਅੱਜ ਤੋਂ 500 ਸਾਲ ਪਹਿਲਾਂ ਉਹ ਬਾਤਾਂ ਲਿਖ ਦਿੱਤੀਆਂ ਜਿਹੜੀਆਂ ਅਟੱਲ ਸੱਚਾਈਆਂ ਹੈ। ਹੁਣ ਦੇਖ ਲਓ ਵੀ ਕਿਤੇ ਜਾਣ ਦੀ ਲੋੜ ਨਹੀਂ ਹੈ, ਘਰਾਂ ਦੇ ਵਿੱਚ ਹੀ ਸੰਗਤ ਹੋ ਜਾਂਦੀ ਹੈ। ਜੇ ਬੰਦਾ ਚਾਹੇ ਤਾਂ ਟੀ ਵੀ ਦੇ ਨਾਲ ਜੁੜ ਕੇ ਵੀ ਸੰਗਤ ਪ੍ਰਾਪਤ ਕਰਦਾ ਪਰਮਾਤਮਾ ਦੀ। ਕਿੰਨੇ ਹੀ ਗੁਰਮੁਖਾਂ ਦੇ ਬਿਆਨ, ਕਿੰਨੇ ਹੀ ਗੁਰਮੁਖਾਂ ਦੀਆਂ ਵਿਚਾਰਾਂ ਨੈੱਟ ਦੇ ਉੱਪਰ ਪਈਆਂ, ਜਦ ਮਰਜ਼ੀ ਸੁਣੋ, ਮਨ ਨੂੰ ਆਪਣੇ ਨੂੰ ਪਵਿੱਤਰ ਕਰੋ। ਤੋ ਕਿਤੇ ਭਟਕਣ ਦੀ ਲੋੜ ਨਹੀਂ ਹੈ। ਜਦ ਵੀ ਪਰਮਾਤਮਾ ਨੇ ਪ੍ਰਗਟ ਹੋਣਾ, ਹਿਰਦੇ 'ਚੋਂ ਹੋਣਾ, ਇਸੇ ਸਰੀਰ 'ਚੋਂ ਹੋਣਾ ਹੈ, ਬਾਹਰ ਕਿਧਰੇ ਕੁਛ ਨਹੀਂ ਰੱਖਿਆ ਹੋਇਆ। ਉਂਝ ਕਿਸੇ ਨੇ ਭ੍ਰਮਣ ਕਰਨਾ ਹੈ ਕਿਸੇ ਹੋਰ ਖਿਆਲ ਨਾਲ ਵੀ ਮੈਂ ਜਗਤ ਨੂੰ ਦੇਖਣਾ ਹੈ, ਉਹ ਠੀਕ ਹੈ। ਅਸੀਂ ਤਾਂ ਭ੍ਰਮਣ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਰਿਆ, ਉਹਨਾਂ ਦਾ ਮਕਸਦ ਸੰਸਾਰ ਨੂੰ ਤਾਰਨਾ ਸੀਗਾ। ਮਕਸਦ ਅਲੱਗ-ਅਲੱਗ ਹੁੰਦਾ ਹੈ। ਗੁਰੂ ਅਮਰਦਾਸ ਜੀ ਗੁਰੂ ਬਣਨ ਤੋਂ ਪਹਿਲਾਂ ਵੀ ਗੰਗਾ ਯਾਤਰਾ ਕਰਦੇ ਰਹੇ ਸਾਲ 'ਚ 2 ਵਾਰ, ਲੇਕਿਨ ਉਹ ਗੁਰੂ ਬਣ ਕੇ ਵੀ ਗੰਗਾ 'ਤੇ ਗਏ ਹੈ।
ਯਾਤਰਾ ਕਰਨ, ਪਰ ਉਦੋਂ ਮਕਸਦ ਬਦਲ ਗਿਆ ਸੀਗਾ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਧਰਨ ਅਰਥਾ। ਚੌਥੇ ਪਾਤਸ਼ਾਹ ਨੇ ਲਿਖੀ ਇਹ ਬਾਤ ਵੀ ਗੁਰੂ ਅਮਰਦਾਸ ਜੀ ਨੇ ਫਿਰ ਵੀ ਤੀਰਥ ਕਰਿਆ ਗੁਰੂ ਬਣ ਕੇ, ਲੇਕਿਨ ਸਾਰੇ ਲੋਕਾਂ ਦੇ ਉਧਾਰ ਖਾਤਰ, ਕਿਉਂਕਿ ਉੱਥੇ ਇਕੱਠ ਹੋਇਆ ਵਾ ਹੁੰਦਾ। ਸੋ ਮਕਸਦ ਦੇਖਿਆ ਜਾਂਦਾ ਹੈ, ਇਸ਼ੂ ਦੇਖਿਆ ਜਾਂਦਾ ਗੁਰਬਾਣੀ 'ਚ, ਇਸ਼ੂ ਦੇ ਪਿੱਛੇ ਭਾਵਨਾ ਦੇਖੀ ਜਾਂਦੀ। ਉਹ ਭਾਵਨਾ ਉਸ ਇਸ਼ੂ ਨੂੰ ਚੰਗਾ ਜਾਂ ਮੰਦਾ ਬਣਾਉਂਦੀ। ਕੋਈ ਅਪਸ਼ਬਦ ਦੀ ਖਿਮਾ ਦਿਓ, ਆਗਿਆ ਦਿਓ, ਬਖਸ਼ਿਸ਼ ਕਰੋ, ਔਰ ਕੋਈ ਗਲਤੀ ਅਣਜਾਣੇ ਵਿੱਚ ਕੋਈ ਨਾ ਕੁਝ ਹੋ ਜਾਂਦੀ ਹੈ, ਬੰਦੇ ਤੋਂ ਬੰਦਾ ਭੁੱਲਣਹਾਰ ਹੈ, ਉਹਨੂੰ ਮਾਫ ਵੀ ਕਰ ਦਿਓ। ਸੰਗਤ ਦੇ ਰੂਪ ਵਿੱਚ ਸੰਗਤ ਨੂੰ ਬਹੁਤ ਬੜੀ ਪਾਵਰ ਹੈ, ਸੰਗਤ ਮਾਫ ਕਰ ਦਿੰਦੀ ਹੈ। ਗੁਰੂ ਸੰਗਤ ਵਿੱਚ ਵਸਦਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸੋ ਵਿਦ ਤੁਮ ਹਰ ਜਾਣੋ ਆਪੇ। हम रुलते फिरते कोई बात न पूछता, गुर सतगुर संग कीरे हम थापे। गुरमुख गावे गुरमुख बोले, गुरमुख तोल तुलावे तोलै। गुरमुख आवे जाए निसंग, पर हर मैल जलाए कलंक। गुरमुख नाद वेद विचार, गुरमुख मज्जन चज अचार। गुरमुख शब्द अमृत है सार, नानक गुरमुख पावै पार। चंचल चीत न रही ठाए, चोरी मिर्ग अंगूरी खाए। चरण कमल उर तारे चीत, चिर जीवन चेतन नित नीत। चिंतत ही दिसै सब कोय, चेतै एक तही सुख होए। चित बसै राचै हर नाए, मुक्त भया पत स्यों कर जाए। छीजै देह खुलै एक गंड, छे आनंद देखो जग हंड। धूप छाव जे सम कर जाणै, बंधन काट मुक्त कर आणै। छाया छूछी जगत भुलाना, लिखिया किरत धुरे परवाना। छीजै जोवन जरुआ सिर काल, काया छीजै पई सिवाल। छीजै जोवन जरुआ सिर काल, काया छीजै पई सिवाल। ਸਤਿਗੁਰਾਂ ਦੀ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਅਤੇ ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ, ਬਾਣੀ ਓੰਕਾਰ ਦੇ ਵਿੱਚੋਂ ਅਗਲੀ ਵਿਚਾਰ ਹਾਜ਼ਰ ਹੈ ਆਪਣੀ ਹਕੀਰ ਬੁੱਧੀ ਦੁਆਰਾ। ਸ੍ਰੀ ਗੁਰੂ ਜੀ ਫਰਮਾ ਰਹੇ ਹੈ, ਗੁਰਮੁਖ ਗਾਵੇ ਗੁਰਮੁਖ ਬੋਲੇ, ਗੁਰਮੁਖ ਤੋਲ ਤੁਲਾਵੇ ਤੋਲੇ। ਜਿਹੜਾ ਮਨੁੱਖ ਗੁਰੂ ਦੇ ਰਾਹੀਂ ਗਾਉਂਦਾ ਹੈ, ਨਾਮ ਬੋਲਦਾ ਹੈ, ਉਹ ਆਪੇ ਹੀ ਗੁਰੂ ਦੇ ਰਾਹੀਂ ਪਰਮਾਤਮਾ ਨੂੰ ਪਰਖਦਾ ਵੀ ਹੈ ਅਤੇ ਪਰਖਾਉਂਦਾ ਵੀ ਹੈ ਹੋਰਾਂ ਕੋਲੋਂ। ਗੁਰਮੁਖ ਆਵੇ ਜਾਏ ਨਿਸੰਗ, ਉਹਦਾ ਜਿਹੜਾ ਆਉਣਾ ਜਾਣਾ ਉਹ ਨਿਸੰਗ ਹੁੰਦਾ ਹੈ, ਬਿਨਾਂ ਰੋਕ ਟੋਕ ਤੋਂ। ਪਰ ਹਰ ਮੈਲ ਜਲਾਏ ਕਲੰਕ, ਮੈਲ ਨੂੰ ਦੂਰ ਕਰਦਾ। ਕਿਹੜੀ ਮੈਲ? ਹਉਮੈ ਵਾਲੀ, ਵਿਕਾਰਾਂ ਵਾਲੀ। ਜਿਹੜਾ ਕਲੰਕ ਹੈ ਸਾਡੇ ਅੰਦਰ, ਕਾਮ ਕ੍ਰੋਧ ਵਗੈਰਾ ਦਾ, ਨਿੰਦਿਆ ਚੋਰੀ ਚੁਗਲੀ ਦਾ, ਉਹਨੂੰ ਜਲਾ ਦਿੰਦਾ। ਗੁਰਮੁਖ ਨਾਦ ਵੇਦ ਵਿਚਾਰ, ਜਿਹੜਾ ਗੁਰਮੁਖ ਬਣ ਜਾਂਦਾ ਗੁਰੂ ਦੇ ਅਨੁਸਾਰੀ ਹੋ ਕੇ, ਉਹਨੂੰ ਸਮਝ ਆ ਜਾਂਦੀ ਹੈ ਵੀ ਗੁਰਬਾਣੀ ਹੀ ਨਾਦ ਵੇਦ ਔਰ ਵਿਚਾਰ ਹੈ। ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ। ਜਿੰਨੇ ਵੀ ਨਾਦਾਂ ਦੀ ਵੇਦਾਂ ਦੀਆਂ ਵਿਚਾਰਾਂ ਉਹ ਸਭ ਗੁਰਬਾਣੀ ਦੇ ਵਿੱਚ ਆ ਜਾਂਦੀਆਂ। ਗੁਰਮੁਖ ਮੱਜਨ ਚੱਜ ਆਚਾਰ, ਮੱਜਨ ਹੁੰਦਾ ਇਸ਼ਨਾਨ। ਗੁਰੂ ਦੇ ਅਨੁਸਾਰੀ ਪਤਾ ਹੋ ਕੇ ਪਤਾ ਚੱਲਦਾ ਹੈ ਵੀ ਅਸਲ 'ਚ ਇਸ਼ਨਾਨ ਕਿਹੜਾ ਹੈ। ਨਾਮ ਤੇਰੋ ਆਰਤੀ ਮੱਜਨ ਮੁਰਾਰੇ, ਬਾਬਾ ਰਵਿਦਾਸ ਜੀ।
तेरे नाम दी आरती ही मेरा असली मज्जन है इशनान। ਉਸ ਗੁਰਮੁਖ ਨੂੰ ਚੱਜ ਆਚਾਰ ਪਤਾ ਚੱਲ ਜਾਂਦਾ ਵੀ ਕਿਵੇਂ ਕਰਨਾ। ਉਹ ਤੀਰਥਾਂ ਪਰ ਨਹੀਂ ਭੱਜਿਆ ਫਿਰਦਾ, ਉਹ ਆਪਣੇ ਅੰਦਰ ਨੂੰ ਤੀਰਥ ਬਣਾ ਲੈਂਦਾ। ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ। ਗੁਰੂ ਦੇ ਰਾਹੀਂ ਹੀ ਪਤਾ ਚੱਲਦਾ ਹੈ ਵੀ ਜਿਹੜਾ ਸ੍ਰੇਸ਼ਟ ਅੰਮ੍ਰਿਤ ਹੈ ਉਹ ਸ਼ਬਦ ਹੈ। ਜਿੰਨਾ ਵੀ ਸ਼ਬਦ ਹੈ ਜਾਂ ਨਾਮ ਹੈ ਇਹ ਰਤਨ ਹੈ। ਨਾਨਕ ਗੁਰਮੁਖ ਪਾਵੈ ਪਾਰ। ਗੁਰੂ ਦੇ ਅਨੁਸਾਰੀ ਹੋ ਕੇ ਹੀ ਗੁਰਮੁਖ ਪਾਰ ਪੈਂਦਾ, ਇਸ ਭਵਜਲ ਤੋਂ ਅੱਗੇ ਲੰਘ ਜਾਂਦਾ, ਤਰ ਜਾਂਦਾ। ਚੰਚਲ ਚੀਤ ਨਾ ਰਹੀ ਠਾਏ। ਇਹ ਜਿਹੜਾ ਮਾਇਆ ਦੇ 'ਚ ਗਰਸਿਆ ਹੋਇਆ ਚੰਚਲ ਚਿੱਤ ਹੈ, ਡੋਲਦਾ ਇੱਧਰ ਉੱਧਰ, ਇਹ ਆਪਣੀ ਜਗ੍ਹਾ ਪਰ ਇੱਕ ਜਗ੍ਹਾ ਖੜ੍ਹ ਜਾਂਦਾ, ਯਾਨੀ ਮਨ ਹਿਰਦੇ ਵਿੱਚ ਜਾ ਵੜਦਾ। ਚੋਰੀ ਮਿਰਗ ਅੰਗੂਰੀ ਖਾਏ। ਜਿੱਕਣ ਮਿਰਗ ਚੋਰੀ ਤੋਂ ਹਰਾ ਹਰਾ ਘਾਹ ਨਵਾਂ ਫੁੱਟਿਆ ਹੋਇਆ ਖਾਂਦਾ, ਇਸੇ ਤਰ੍ਹਾਂ ਬੰਦੇ ਦਾ ਮਨ ਹੈ ਜਿਹੜਾ ਇਹ ਪਦਾਰਥਾਂ ਵੱਲ ਨੂੰ, ਨਵੇਂ ਵੱਲ ਨੂੰ ਭੱਜਦਾ। ਚਰਨ ਕਮਲ ਉਰ ਧਾਰੇ ਚੀਤ। ਜਿਹੜੇ ਪ੍ਰਭੂ ਰੂਪੀ ਚਰਨ ਹੈ, ਗੁਰੂ ਰੂਪੀ ਚਰਨ ਹੈ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਦਾ। ਚਿਰ ਜੀਵਨ ਚੇਤਨ ਨਿਤ ਨੀਤ। ਜੇ ਨਿਤ ਨਿਤ ਚੇਤ ਕਰੇ, ਚੇਤਨ ਕਰੇ ਉਹਦਾ, ਉਹਨੂੰ ਯਾਦ ਕਰੇ ਤਾਂ ਬੰਦਾ ਚਿਰ ਜੀਵਨ ਹੋ ਜਾਂਦਾ ਹੈ। ਚਿਰ ਜੀਵਨ ਸਾਧ ਸੰਗਤ ਜੋ ਕੁਛ ਐਸੇ ਪੁਰਸ਼ ਹੋਏ ਇਤਿਹਾਸ ਮਿਥਿਹਾਸ ਜਿਹਨਾਂ ਬਾਰੇ ਕਿਹਾ ਜਾਂਦਾ ਵੀ ਉਹ ਲੱਖਾਂ ਸਾਲ ਦੀ ਉਮਰ ਹੈ ਉਹਨਾਂ ਦੀ, ਹੁਣ ਵੀ ਉਹ ਜਿਉਂਦੇ ਹੈ। ਲੇਕਿਨ ਗੁਰਬਾਣੀ ਦਾ ਐਸਾ ਨਿਸ਼ਚੈ ਨਹੀਂ ਹੈ, ਕਿਉਂਕਿ ਉਹਨਾਂ ਨੇ ਤਾਂ ਕਿਸੇ ਨੇ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਿਆ। ਉਹਨਾਂ ਦਾ ਫਲਸਫਾ ਜ਼ਰੂਰ ਕਹਿੰਦਾ ਵੀ ਉਹ ਚਿਰ ਜੀਵੇ ਹੋ ਗਏ। ਉਹਨਾਂ 'ਚੋਂ ਇੱਕ ਹਨੂੰਮਾਨ ਵੀ ਹੈ, ਭ੍ਰਿੰਗੀ ਵੀ ਹੈ, ਰਿਸ਼ੀ। ਚਿੰਤਤ ਹੀ ਦਿਸੈ ਸਭ ਕੋਈ। ਸਭ ਚਿੰਤਾ ਤੋਂ ਰਹੀ ਨਜ਼ਰ ਆਉਂਦੇ, ਚਿੰਤਾ ਵਿੱਚ ਚੇਤੈ ਏਕ ਤਹੀਂ ਸੁਖ ਹੋਏ। ਜੇ ਇੱਕ ਨੂੰ ਯਾਦ ਕਰਨ ਲੱਗ ਜਾਵੇ ਤਾਂ ਹੀ ਇਹ ਸੁੱਖ ਦੀ, ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਚਿੱਤ ਵਸੈ ਰਾਚੈ ਹਰਿ ਨਾਇ। ਜਿਹੜਾ ਜਿਹਦੇ ਮਨੁੱਖ ਦੇ ਚਿੱਤ ਵਿੱਚ ਰੱਬ ਵਸ ਜਾਂਦਾ ਹੈ, ਉਹਦੇ ਨਾਲ ਉਹ ਰਚ ਮਿਚ ਜਾਂਦਾ ਹੈ ਨਾਮ ਦੇ ਨਾਲ। ਮੁਕਤ ਪਿਆ ਪਤ ਸਿਉ ਘਰ ਜਾਏ। ਉਹ ਮੁਕਤ ਵੀ ਹੋ ਜਾਂਦਾ ਹੈ ਔਰ ਇੱਜ਼ਤ ਨਾਲ ਪਰਮਾਤਮਾ ਦੇ ਘਰ ਵਿੱਚ ਪਹੁੰਚ ਜਾਂਦਾ, ਜਿਉਂਦੇ ਜੀ ਮੁਕਤ ਹੋ ਜਾਂਦਾ। ਛੀਜੈ ਦੇ ਖੁੱਲ੍ਹੈ ਇੱਕ ਗੰਢ। ਜਦ ਸਰੀਰ ਬੰਦਾ ਤਿਆਗਦਾ ਤਾਂ ਐਂ ਸਮਝੋ ਵੀ ਇੱਕ ਗੱਠ ਖੁੱਲ੍ਹ ਜਾਂਦੀ ਹੈ, ਗੰਢ ਖੁੱਲ੍ਹ ਜਾਂਦੀ ਹੈ, ਖਿਲਰ ਜਾਂਦਾ ਹੈ। ਜਿੰਨੇ ਵੀ ਤੱਤ ਹੈ ਸਭ ਤੱਤਾਂ ਵਿੱਚ ਆ ਮਿਲਦੇ, ਚਾਹੇ ਦੱਬਣ ਨਾਲ ਚਾਹੇ ਜਲਾਉਣ ਨਾਲ। 6 ਆਨਤ ਦੇਖੋ ਜਗ। 6 ਮਹੀਨੇ ਹੁੰਦਾ ਨਾਸ। ਇਹ ਨਿਤ ਨਿਤ ਨਾਸ ਹੋ ਰਿਹਾ ਹੈ ਜਗਤ ਵਿੱਚ। ਇਹ ਜੱਗ 'ਚ ਢੂੰਡ ਕੇ ਫਿਰ ਘਿਰ ਕੇ ਪਤਾ ਚੱਲਦਾ ਵੀ ਜੱਗ ਤਾਂ ਹਮੇਸ਼ਾ ਹੀ ਬਿਨਸਨਹਾਰ ਹੈ, ਇਹ ਰਹਿਣ ਵਾਲਾ ਨਹੀਂ ਹੈ, ਅਮਰ ਨਹੀਂ ਹੈ। 6 ਆਨਤ ਹੈ। ਧੂਪ ਛਾਮ ਜੇ ਸਮ ਕਰ ਜਾਣਾ। ਜਿਹੜਾ ਬੰਦਾ ਧੁੱਪ ਛਾਂ ਨੂੰ ਬਰਾਬਰ ਸਮਝਦਾ ਹੈ, ਦੁੱਖ ਸੁੱਖ ਨੂੰ ਬਰਾਬਰ ਸਮਝਦਾ ਹੈ, ਬੰਧਨ ਕਾਟ ਮੁਕਤ ਘਰ ਆਣਾ, ਉਹ ਬੰਧਨਾਂ ਨੂੰ ਕੱਟ ਦਿੰਦਾ ਹੈ ਔਰ ਮੁਕਤੀ ਦੇ ਘਰ ਵਿੱਚ ਆ ਜਾਂਦਾ। ਪਰਮਾਤਮਾ ਨਾਲ ਉਹਦਾ ਮਿਲਾਪ ਜਿਉਂਦੇ ਜੀ ਹੋ ਜਾਂਦਾ ਹੈ। ਛਾਇਆ ਛੂਛੀ ਜਗਤ ਭੁਲਾਨਾ। ਇਹ ਜਿਹੜੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ, ਪਰਛਾਵਾਂ ਹੈ, ਇਹ ਛੂਛੀ ਹੈ, ਥੋਥੀ ਹੈ। ਜਗਤ ਇਹਦੇ ਮਗਰੇ ਲੱਗਿਆ ਹੋਇਆ ਭੁੱਲਿਆ ਪਿਆ। ਲਿਖਿਆ ਕਿਰਤ ਧੁਰੇ ਪਰਵਾਨਾ। ਬੰਦੇ ਦੇ ਸਿਰ ਦੇ ਉੱਤੇ, ਮੱਥੇ ਦੇ ਉੱਤੇ ਪਰਵਾਨਾ ਲਿਖਿਆ ਹੋਇਆ ਹੈ। ਜਿਹੜੀ ਕਿਰਤ ਵਿੱਚ ਉਹਨੇ ਪੈਣਾ ਉਹਨੂੰ ਪਾਇਆ ਹੋਇਆ। ਕਿਸੇ ਦੇ ਬਸ ਕੁਛ ਨਹੀਂ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਛੀਜੈ ਜੋਬਨ ਜਰੂਆ ਸਿਰ ਕਾਲ। ਜੋਬਨ ਜਾ ਰਿਹਾ, ਬੁਢਾਪਾ ਆ ਰਿਹਾ, ਸਿਰ ਦੇ ਉੱਪਰ ਕਾਲ ਮੰਡਰਾ ਰਿਹਾ ਹੈ। ਕਾਲ ਬਿਆਲ ਜੂ ਪਰਿਓ ਡੋਲੈ, ਮੁਖ ਪਸਾਰੈ ਮੀਤ। ਕਾਲ ਦਾ ਸੱਪ ਸਿਰ ਦੇ ਉੱਪਰ ਘੁੰਮ ਰਿਹਾ। ਕਾਇਆ ਛੀਜੈ ਭਈ ਸਿਵਾਲ। ਇਹ ਸਰੀਰ ਇੱਕਣ ਛਿੱਜ ਜਾਂਦਾ ਜਿੱਕਣ ਸਿਵਾਲ ਜਾਲਾ ਹੁੰਦਾ ਹੈ ਨਾ, ਬੂਰ ਪਾਣੀ ਦੇ ਉੱਪਰ। ਜੇ ਉਹਨੂੰ ਥੋੜ੍ਹਾ ਜਿਹਾ ਹੱਥਾਂ ਨਾਲ ਇੱਧਰ ਉੱਧਰ ਕਰ ਦਿਓ ਤਾਂ ਉਹ ਇੱਕਦਮ ਆਲੇ ਦੁਆਲੇ ਨੂੰ ਪਾਸੇ ਹੋ ਜਾਂਦਾ। ਤਾਂ ਇਹ ਸਰੀਰ ਵੀ ਇਸ ਤਰ੍ਹਾਂ ਹੀ ਖਿੰਡ ਰਿਹਾ ਭਾਈ। ਘੜੀ ਪਰ ਘੜੀ ਮਾਂ ਸਮਝਦੀ ਹੈ ਮੇਰਾ ਪੁੱਤ ਵੱਡਾ ਹੋ ਰਿਹਾ, ਪਰ ਜਮਰਾਜ ਦੇਖ ਦੇਖ ਹੱਸ ਰਿਹਾ ਵੀ ਇੱਕ ਇੱਕ ਦਿਨ ਮੇਰੇ ਨੇੜੇ ਆ ਰਿਹਾ ਹੈ। ਸੋ ਇਹ ਕਾਇਆ ਹਮੇਸ਼ਾ ਹੀ ਬਿਨਸਨਹਾਰ ਹੈ, ਛਿੱਜਦੀ ਹੈ, ਜਾਲੇ ਦੀ ਤਰ੍ਹਾਂ, ਬੂਰ ਦੀ ਤਰ੍ਹਾਂ।
ਕੋਈ ਅਪਸ਼ਬਦ ਦੀ ਖਿਮਾ ਦਾ ਜਾਚਕ ਹੈ ਔਰ ਅਸੀਸਾਂ ਵੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਪੈ ਆਪ ਪ੍ਰਭੂ ਤਿਹ ਲੋਏ, ਜੁਗ ਜੁਗ ਦਾਤਾ ਅਵਰ ਨ ਕੋਏ। ਜਿਉ ਭਾਵੈ ਤਿਉ ਰਾਖੈ ਰਾਖ, ਜਸ ਜਾਂਚੋ ਦੇਵੈ ਪਤ ਸਾਖ। ਜਾਗਤ ਜਾਗ ਰਹਾ ਤੁਧ ਭਾਵਾ, ਜਾਂ ਤੂੰ ਮੇਲੈ ਤਾਂ ਤੁਝੈ ਸਮਾਵਾ। ਜੈ ਜੈਕਾਰ ਜਪੋ ਜਗਦੀਸ਼, ਗੁਰਮਤਿ ਮਿਲਿਐ 20-21। ਚਖ ਬੋਲਣ ਕਿਆ ਜਗ ਸਿਉ ਬਾਦ, ਝੂਰ ਮਰੈ ਦੇਖੈ ਪ੍ਰਮਾਦ। ਜਨਮ ਮੁਏ ਨਹੀਂ ਜੀਵਨ ਆਸਾ, ਆਏ ਚੱਲੇ ਪਏ ਆਸ ਨਿਰਾਸਾ। ਚੁਰ ਚੁਰ ਚਖ ਮਾਟੀ ਰਲ ਜਾਏ, ਕਾਲ ਨਾ ਚਾਂਪੈ ਹਰ ਗੁਣ ਗਾਏ। ਭਾਈ ਨਵਨਿਧ ਹਰਿ ਕੈ ਨਾਏ, ਆਪੇ ਦੇਵੈ ਸਹਿਜ ਸੁਭਾਏ। ਗਿਆਨੋ ਬੋਲੇ ਆਪੇ ਬੂਝੈ, ਆਪੇ ਸਮਝੈ ਆਪੇ ਸੂਝੈ। ਗੁਰ ਕਾ ਕਹਿਆ ਅੰਕ ਸਮਾਵੈ, ਨਿਰਮਲ ਸੂਚੇ ਸਾਚੋ ਭਾਵੈ। ਗੁਰ ਸਾਗਰ ਰਤਨੀ ਨਹੀਂ ਤੋਟ, ਲਾਲ ਪਦਾਰਥ ਸਾਚ ਅਖੋਟ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਨਾਨਕ ਗੁਰਮਤਿ ਸਾਚ ਸਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਨਾਨਕ ਗੁਰਮਤਿ ਸਾਚ ਸਮਾਵੋ। ਸਤਿਗੁਰਾਂ ਦੇ ਪਾਵਨ ਚਰਨਾਂ ਦੀ ਭੌਰੀ ਸਾਧ ਸੰਗਤ ਜੀਓ ਅਤੇ ਗੁਰਬਾਣੀ ਵਿਚਾਰ ਦੇ ਸੂਝਵਾਨ ਪਤਵੰਤੇ ਗੁਰਮੁਖ ਸੱਜਣੋ। ਜਿਹੜਾ ਬੰਦਾ ਪ੍ਰਭੂ ਨੂੰ ਮਿਲ ਜਾਂਦਾ ਹੈ ਉਹਨੂੰ ਫਿਰ ਜਾਪੈ ਆਪ ਪ੍ਰਭੂ ਤੇ ਲੋਏ। ਤਿੰਨਾਂ ਲੋਕਾਂ 'ਚ ਪ੍ਰਭੂ ਹੀ ਜਾਪਦਾ ਵੀ ਸਭ ਕੁਝ ਤੇਰਾ ਹੀ ਰੂਪ ਹੈ। ਜੁਗ ਜੁਗ ਦਾਤਾ ਅਵਰ ਨਾ ਕੋਇ, ਹਮੇਸ਼ਾ ਹਰ ਯੁੱਗ ਦੇ ਵਿੱਚ ਦਾਤਾ ਉਹੀ ਇੱਕੋ ਹੀ ਹੈ, ਹੋਰ ਨਹੀਂ ਕੋਈ ਵੀ ਹੈ। ਜਿਉ ਭਾਵੈ ਤਿਉ ਰਾਖੈ ਰਾਖ, ਹੇ ਵਾਹਿਗੁਰੂ ਜਿਵੇਂ ਤੈਨੂੰ ਭਾਉਂਦਾ ਤੂੰ ਸਾਨੂੰ ਉਸੇ ਤਰ੍ਹਾਂ ਰੱਖ। ਜਸ ਜਾਂਚੋ ਦੇਵੈ ਪਤ ਸਾਖ, ਤੇਰਾ ਜਸ ਚਾਹੁੰਦੇ ਹਾਂ, ਜਾਂਚਦੇ ਹਾਂ ਤੇ ਤੂੰ ਸਾਡੀ ਪਤ ਸਾਖ ਨੂੰ ਬਚਾਉਣਾ ਹੈ। ਜਾਗਤ ਜਾਗ ਰਹਾ ਤੁਧ ਭਾਵਾ, ਜੇ ਤੈਨੂੰ ਭਾਜਵੇ ਤਾਂ ਮੈਂ ਜਾਗਤ ਰਹਾ, ਹਰ ਵਕਤ ਜਾਗਦਾ ਰਹਾ। ਜਾਗਤ ਤੋਂ ਮਤਲਬ ਹੈ ਤੈਨੂੰ ਯਾਦ ਕਰਦਾ ਰਹਾ। ਜਾਂ ਤੂੰ ਮੇਲੈ ਤਾਂ ਤੁਝੇ ਸਮਾਵਾਂ, ਜੇ ਤੂੰ ਆਪਣੇ ਨਾਲ ਮੁਲਾਜ਼ਮ ਹੈ ਤਾਂ ਤੇਰੇ 'ਚ ਸਮਾ ਸਕਦਾ, ਅਦਰਵਾਈਜ਼ ਨਹੀਂ। ਜੈ ਜੈਕਾਰ ਜਪੋ ਜਗਦੀਸ਼, ਮੈਂ ਜਗਦੀਸ਼ ਨੂੰ ਜਪਦਾ ਹਾਂ ਤੇ ਉਹਦੀ ਜੈ ਜੈਕਾਰ ਕਰਦਾ ਹਾਂ। ਗੁਰਮਤਿ ਮਿਲੀਏ 20-21, ਗੁਰੂ ਦੀ ਮੱਤ ਦੇ ਅਨੁਸਾਰ ਯਕੀਨਨ ਉਸ ਨੂੰ ਮਿਲਿਆ ਜਾਂਦਾ ਹੈ। ਬਿਨਾਂ ਸ਼ੱਕ ਪਰਮਾਤਮਾ ਨੂੰ ਮਿਲ ਸਕਦੇ ਹਾਂ ਗੁਰਮਤਿ ਰਾਹੀਂ। ਚੱਖ ਬੋਲਣ ਕਿਆ ਜਗ ਸਿਉ ਬਾਦ, ਜਿਹੜਾ ਝੱਖ ਬੋਲਣਾ ਐਵੇਂ ਬਕ ਬਕ ਕਰਨੀ ਹੈ, ਜੱਗ ਦੇ ਨਾਲ ਐਵੇਂ ਵਿਵਾਦ ਕਰਨਾ ਹੈ, ਉਹਦਾ ਕੋਈ ਲਾਭ ਨਹੀਂ। ਇਹ ਪਾਗਲਪੁਣਾ ਹੈ। ਤੇ ਝੂਰ ਮਰੈ ਦੇਖੈ ਪ੍ਰਮਾਦ, ਜਿਹੜਾ ਬੰਦਾ ਮਸਤੀ ਦੇ ਵਿੱਚ ਪਾਗਲਪਣ ਦੇ ਵਿੱਚ ਝੱਖ ਮਾਰਦਾ ਹੈ ਉਹ ਝੂਰ ਝੂਰ ਮਰਦਾ ਹੈ। ਇਹ ਸ਼ਬਦ ਸਾਧ ਸੰਗਤ ਜੀ ਉਹ ਗੁਰਬਾਣੀ ਵਿੱਚ ਰਾਮ ਚੰਦਰ ਜੀ ਦੇ ਪਰਥਾਏ ਵੀ ਆਇਆ ਹੋਇਆ। ਰਾਮ ਝੁਰੈ ਦਲ ਮੇਲਵੈ, ਅੰਤਰ ਬਾਲ ਅਧਿਕਾਰ, ਬੰਤਰ ਕੀ ਸੈਨਾ ਸੇਵੀਐ, ਮਨ ਤਨ ਜੁਝ ਅਪਾਰ। 2 ਵਾਰੀ ਆਇਆ ਹੋਇਆ ਚੂਰਨਾ ਸ਼ਬਦ। ਜਨਮ ਮੁਏ ਨਹੀਂ ਜੀਵਨ ਆਸਾ, ਜੰਮੇ ਮਰੇ ਜੀਵਨ ਦੀ ਆਸ ਕੋਈ ਨਹੀਂ। ਜੀਵਨ ਦੀ ਆਸ ਤੋਂ ਮੁਰਾਦ ਹੈ ਪਰਮਾਤਮਾ ਦੇ ਨਾਲ ਮਿਲਣ ਦੀ ਜਿਹੜੀ ਤਾਂਘ ਹੁੰਦੀ ਹੈ, ਦੁਨਿਆਵੀ ਜੀਵਨ ਦੀ ਆਸ ਨਹੀਂ। ਆਏ ਚੱਲੇ ਭਏ ਆਸ ਨਿਰਾਸਾ, ਆਏ ਚਲੇ ਗਏ ਔਰ ਨਿਰਾਸ਼ਾ ਹੋ ਕੇ ਗਏ ਇੱਥੋਂ ਜਗਤ ਤੋਂ। ਝੁਰ ਝੁਰ ਚੱਖ ਮਾਟੀ ਰਲ ਜਾਏ, ਝੂਰਦਾ ਝੂਰਦਾ ਝੱਖਦਾ ਝੱਖਦਾ ਮਿੱਟੀ 'ਚ ਮਿਲ ਜਾਂਦਾ, ਬੰਦਾ ਮਰ ਜਾਂਦਾ। ਕਾਲ ਨਾ ਚਾਂਪੈ ਹਰ ਗੁਣ ਗਾਏ, ਜੇ ਹਰੀ ਦੇ ਗੁਣ ਗਾਵੇ ਤਾਂ ਕਾਲ ਉਹਨੂੰ ਚੱਬਦਾ ਨਹੀਂ ਹੈ, ਕਾਲ ਉਹਦੇ ਉੱਤੇ ਡੋਲਦਾ ਨਹੀਂ, ਕਾਲ ਉਹਨੂੰ ਖਾਂਦਾ ਨਹੀਂ ਹੈ, ਕੁਛ ਨਹੀਂ ਵਿਗਾੜ ਸਕਦਾ। ਪਾਈ ਨਵਨਿਧ ਹਰਿ ਕੈ ਨਾਏ, ਇਹ ਜਿਹੜੀ ਨਵਨਿਧੀਆਂ ਦਾ ਖਜ਼ਾਨਾ ਹੈ ਪਰਮਾਤਮਾ ਦਾ ਨਾਮ, ਸੰਸਾਰੀ ਨਵਨਿਧੀਆਂ ਨਹੀਂ।
ਪਰਮਾਤਮਾ ਦਾ ਨਾਮ ਨਵਨਿਧੀਆਂ ਰੂਪੀ ਬੇਸ਼ਕੀਮਤੀ ਖਜ਼ਾਨਾ ਹਰੀ ਦੇ ਨਾਮ ਵਿੱਚ ਹੈ। ਆਪੇ ਦੇਵੈ ਸਹਿਜ ਸੁਭਾਏ, ਉਹ ਸੁਤੇ ਸਿੱਧ ਹੀ ਕਿਸੇ ਨੂੰ ਬਖਸ਼ਦਾ ਹੈ ਨਾਮ ਦਾ ਖਜ਼ਾਨਾ। ਗਿਆਨੋਂ ਬੋਲੇ ਆਪੇ ਬੁੱਝੇ, ਗਿਆਨ ਵੀ ਆਪੇ ਬੋਲਦਾ ਹੈ, ਆਪੇ ਬੁੱਝਦਾ ਹੈ, ਆਪੇ ਸਮਝਦਾ ਹੈ, ਆਪੇ ਸੂਝੇ। ਸਮਝਦਾ ਵੀ ਆਪ ਹੈ, ਸੂਝਦਾ ਵੀ ਉਹਨੂੰ ਆਪ ਹੈ, ਅਸੀਂ ਕੁਛ ਨਹੀਂ ਕਰ ਸਕਦੇ। ਗੁਰ ਕਾ ਕਹਿਆ ਅੰਕ ਸਮਾਵੈ, ਜਿਹੜਾ ਕੋਈ ਗੁਰੂ ਦੇ ਕਹੇ ਨੂੰ ਮੰਨ ਲੈਂਦਾ ਉਹ ਉਹਦੇ ਅੰਕ ਨਾਲ ਸਮਾ ਜਾਂਦਾ, ਉਹਦੀ ਝੋਲੀ 'ਚ ਪੈ ਜਾਂਦਾ। ਨਿਰਮਲ ਸੂਚੇ ਸਾਚੋ ਭਾਵੈ, ਉਹ ਨਿਰਮਲ ਸੁੱਚੇ ਨੂੰ ਉਹ ਭਾਉਂਦਾ ਹੈ। ਗੁਰ ਸਾਗਰ ਰਤਨੀ ਨਹੀਂ ਤੋਟ, ਗੁਰੂ ਸਾਗਰ ਹੈ, ਇਹਦੇ 'ਚ ਰਤਨ ਪਦਾਰਥਾਂ ਦਾ ਕੋਈ ਤੋਟ ਨਹੀਂ ਹੈ। ਲਾਲ ਪਦਾਰਥ ਸਾਚ ਅਖੋਟ, ਅਖੋਟ ਮੈਨੇ ਅਖੁੱਟ, ਇਹ ਜਿਹੜੇ ਲਾਲ ਹੈ ਪਦਾਰਥ ਹੈ ਇਹ ਅਖੁੱਟ ਹੈ ਉਸ ਸਾਗਰ ਦੇ ਵਿੱਚ। ਗੁਰੂ ਭਰਿਆ ਪਿਆ ਰਤਨਾਂ ਦੇ ਨਾਲ। ਗੁਰ ਕਹਿਆ ਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਗੁਰੂ ਕਹਿੰਦਾ ਹੈ ਉਹ ਕਰੋ, ਉਸ ਤਰ੍ਹਾਂ ਦੀ ਕਾਰ ਕਮਾਵੋ, ਲੇਕਿਨ ਗੁਰੂ ਦੀ ਕਰਨੀ ਵੱਲ ਨਾ ਜਾਓ, ਪਛਤਾਓਗੇ। ਕਿਉਂਕਿ ਗੁਰੂ ਦਾ ਕੋਈ ਚੋਜ ਹੋ ਸਕਦਾ ਹੈ। ਜਿਵੇਂ ਮੁਰਦਾ ਖਾਣ ਖਾਤਰ ਬਾਬਾ ਲਹਿਣੇ ਨੂੰ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ ਨੇ, ਉਹ ਚੋਜ ਸੀ, ਖਾਣ ਖਿਲਾਉਣ ਦੀ ਕੋਈ ਗੱਲ ਨਹੀਂ ਸੀ। ਇਹ ਦੇਖਣਾ ਸੀ ਵੀ ਹੁਕਮ ਵਿੱਚ ਕਿੰਨਾ ਹੈ। ਤੋ ਗੁਰੂ ਦੀ ਕਰਨੀ ਵੱਲ ਨਾ ਦੇਖੋ, ਜੋ ਗੁਰੂ ਕਹਿੰਦਾ ਉਸ ਤਰ੍ਹਾਂ ਕਰੋ। ਨਾਨਕ ਗੁਰਮਤਿ ਸਾਚ ਸਮਾਵੋ, ਪਾਤਸ਼ਾਹ ਜੀ ਫਰਮਾਉਂਦੇ ਧੰਨ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਵੀ ਗੁਰੂ ਦੀ ਮੱਤ ਦੇ ਰਾਹੀਂ ਸੱਚ ਦੇ ਵਿੱਚ ਸਮਾ ਜਾਓ। ਇਹ ਸੀ ਅੱਜ ਦੀ ਵਿਚਾਰ। ਆਪਣੀ ਹਕੀਰ ਬੁੱਧੀ ਦੁਆਰਾ ਜ਼ਰੂਰ ਕੋਈ ਨਾ ਕੋਈ ਕਿਤੇ ਉਕਾਈ ਰਹਿ ਜਾਂਦੀ ਹੈ ਵਿਆਖਿਆ ਕਰਦਿਆਂ। ਇਹ ਬੜਾ ਔਖਾ ਵਿਸ਼ਾ ਹੈ। ਸਾਧ ਸੰਗਤ ਜੀ ਆਪੇ ਕਰਾ ਲਵੇ ਤਾਂ ਚੰਗੀ ਬਾਤ ਹੈ, ਕਰਾਉਂਦਾ ਵੀ ਆਪੇ ਹੀ ਹੈ, ਫਿਰ ਵੀ ਬੰਦਾ ਭੁੱਲਣਹਾਰ ਹੈ। ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।